ਸ਼ਲੋਕ ਮਹਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੋਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖਟਿਆ ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕੇ ਸੁਰਗ ਅਵਤਾਰ, ਹਉ ਵਿੱਚ ਹੱਸੇ ਹਉ ਵਿੱਚ ਰੋਵੇ, ਹਉ ਵਿੱਚ ਭਰੀਏ ਹਉ ਵਿੱਚ ਧੋਵੇ, ਹਉ ਵਿੱਚ ਜਾਤੀ ਜਿਨਸੀ ਖੋਵੇ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੁਖ ਮੁਕਤ ਕੀ ਸਾਰ ਨ ਜਾਣਾ, ਹਉ ਵਿੱਚ ਮਾਇਆ ਹਉ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ, ਹਉਮੈ ਬੂਝੇ ਤਾਂ ਦਰ ਸੂਝੇ, ਗਿਆਨ ਵਿਹੂਣਾ ਕਤ ਕਤ ਲੂਝੇ, ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੇ ਤਿਹਾ ਵੇਖ। ਆਸਾ ਦੀਵਾਰ ਦੀ 7ਵੀਂ ਪੌੜੀ ਦੇ ਨਾਲ ਉਚਾਰਨ ਕੀਤੇ ਹੋਏ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਸ਼ਲੋਕ ਤੇ ਫਿਰ ਦੂਜਾ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ। ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਦੀ ਮੂਲ ਬੁਨਿਆਦੀ ਕਮਜ਼ੋਰੀ ਦਾ ਜ਼ਿਕਰ ਕੀਤਾ ਹੈ। ਉਂਝ ਤੇ ਕਮਜ਼ੋਰੀਆਂ ਮਨੁੱਖ ਦੀਆਂ ਅਨੰਤ ਨੇ, ਉਂਝ ਤੇ ਔਗਣ ਮਨੁੱਖ ਦੇ ਅਥਾਹ ਨੇ, ਲੇਕਿਨ ਇੱਕ ਔਗਣ ਇੱਕ ਕਮਜ਼ੋਰੀ ਮੂਲ ਹੈ, ਬੁਨਿਆਦੀ ਹੈ, ਜੋ ਹਰ ਵਕਤ ਹਰ ਸਮੇਂ ਹਰ ਕਰਮ ਦੇ ਹਰ ਕ੍ਰਿਤ ਦੇ ਛਾਈ ਰਹਿੰਦੀ ਹੈ, ਵਿਆਪਕ ਰੂਪ ਵਿੱਚ ਹੁੰਦੀ ਹੈ। ਉਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਗੁਰਮਤਿ ਭਾਸ਼ਾ ਅਨੁਸਾਰ ਹਉਮੈ ਆਖਿਆ, ਜਿਹਨੂੰ ਇੱਥੋਂ ਦੀ ਪ੍ਰਾਚੀਨ ਧਾਰਮਿਕ ਭਾਸ਼ਾ ਵਿੱਚ ਅਹੰ ਭਾਵ ਕਰਕੇ ਕਹਿੰਦੇ ਨੇ, ਅਹੰਕਾਰ। ਮੈਂ ਹਾਂ ਔਰ ਮੈਂ ਹੋਵਾਂ, ਮੈਂ ਹੀ ਹਾਂ, ਇਹ ਮੈਂ ਭਾਵ ਮਨੁੱਖ ਦੇ ਅੰਦਰ ਹਰ ਵਕਤ ਵਿਆਪਕ ਰਹਿੰਦਾ ਹੈ। ਕਾਦਰ ਕਰੀਮ ਨੇ ਸੁਭਾਵਿਕ ਤੌਰ ਤੇ ਕੁਝ ਔਗਣ ਜਗਤ ਦੇ ਖਿਲੇਰੇ ਨੇ। ਜੈਸੇ ਦੇਖਦੇ ਹਾਂ ਕਿ ਪਤੰਗੇ ਦੇ ਅੰਦਰ ਦ੍ਰਿਸ਼ਟ ਰੋਗ ਪ੍ਰਧਾਨ ਹੈ, ਔਰ ਹਾਥੀ ਦੇ ਅੰਦਰ ਕਾਮਕ ਰੁਚੀਆਂ ਸਿਖਰ ਤੇ ਪਹੁੰਚੀਆਂ ਹੋਈਆਂ ਨੇ। ਕੰਨਾਂ ਦਾ ਰਸ ਸਾਡੇ ਦੇਸ਼ ਦੇ ਸ਼ਾਸਤਰਕਾਰ ਕਹਿੰਦੇ ਨੇ ਹਿਰਨ ਦੇ ਪ੍ਰਧਾਨ ਹੈ, ਔਰ ਨਾਸਕਾ ਦਾ ਰਸ ਸੁਗੰਧੀ ਦੇ ਰਸ ਦਾ ਲਿਪਾਏਮਾਨ ਹਰ ਵਕਤ ਲਾਲਚੀ ਰਹਿਣ ਵਾਲਾ ਇਹ ਭੌਰਾ ਪ੍ਰਧਾਨ ਹੈ। ਪੰਜ ਗਿਆਨ ਇੰਦਰੇ, ਪੰਜ ਰਸਾਂ ਵਿੱਚੋਂ ਕੋਈ ਇੱਕ ਰਸ ਕਿਸੇ ਨਾ ਕਿਸੇ ਜੀਵ ਦੇ ਪ੍ਰਧਾਨ ਰੂਪ ਦੇ ਜਿਹਾ ਰਹਿੰਦਾ ਹੈ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਬਕਾਇਦਾ ਇਸ ਦਾ ਜ਼ਿਕਰ ਹੈ। ਲੇਕਿਨ ਇਹ ਜਿਹੜਾ ਮਨੁੱਖ ਹੈ, ਇਸ ਦਾ ਪ੍ਰਧਾਨ ਮੂਲ ਔਗਣ ਕੀ ਹੈ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਦੇ ਅੰਤਿਸ਼ਕਰਨ ਦੇ ਝਾਤ ਮਾਰ ਕੇ ਜੋ ਮਨੁੱਖ ਦੀ ਬੁਨਿਆਦੀ ਮੂਲ ਕਮਜ਼ੋਰੀ ਲੱਭੀ ਹੈ, ਉਹ ਹੈ ਅਹੰ ਭਾਵ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਂ ਗੁਲ ਬਸਕੀਨਾ, ਦ੍ਰਿਸ਼ਟ ਰੋਗ ਪਚ ਮੁਏ ਪਤੰਗਾ, ਨਾਗ ਰੋਗ ਖਪ ਗਏ ਕੁਰੰਗਾ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਾਹਿਬ ਕਹਿੰਦੇ ਨੇ ਇਹ ਜਿਤਨੇ ਜੀਵ ਜੰਤ ਨੇ, ਇਹਨਾਂ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਇੱਕ ਬੁਨਿਆਦੀ ਰੋਗ ਹੈ। ਹਾਥੀ ਦਾ ਬੁਨਿਆਦੀ ਰੋਗ ਹੈ ਕਾਮ। ਬਾਕੀ ਇੰਦਰੀਆਂ ਤੋਂ ਕਰੀਬਨ ਇਹ ਨਿਸ਼ਚਿੰਤ ਹੈ, ਲੇਕਿਨ ਇੱਕ ਇੰਦਰੀ ਦੇ ਅਧੀਨ ਹੋਣ ਕਰਕੇ ਇਹਦੀ ਜ਼ਿੰਦਗੀ ਕਈ ਦਫਾ ਬਹੁਤ ਦੁੱਖ ਸਹੇੜਦੀ ਹੈ। ਇਸੇ ਤਰੀਕੇ ਨਾਲ ਇੱਕੋ ਹੀ ਮੂਲ ਔਗਣ ਹੈ ਹਿਰਨ ਦੇ ਵਿੱਚ, ਉਹ ਗੰਢੇੜੇ ਦਾ ਰਾਗ ਸੁਣ ਕੇ ਆਪਣੇ ਆਪ ਨੂੰ ਸ਼ਿਕਾਰੀ ਦੇ ਅਧੀਨ ਕਰਾ ਬੈਠਦਾ ਹੈ। ਇੱਕੋ ਹੀ ਰਸ ਪ੍ਰਧਾਨ ਹੈ ਭੌਰੇ ਦੇ ਵਿੱਚ, ਨਾਸਕਾ ਦਾ, ਔਰ ਇੱਕੋ ਹੀ ਰਸ ਪ੍ਰਧਾਨ ਹੈ ਅੱਖਾਂ ਦਾ, ਬਕਾਇਦਾ ਪਤੰਗੇ ਦੇ ਵਿੱਚ। ਜ਼ਬਾਨ ਦਾ ਰਸ ਪ੍ਰਧਾਨ ਹੈ ਮਛਲੀ ਦੇ ਅੰਦਰ। ਮਨੁੱਖ ਦਾ ਰਸ ਕਹਿੰਦੇ ਅਹੰ ਭਾਵ ਦੇ ਚ ਹੈ, ਮੈਂ ਦੇ ਚ ਹੈ। ਜਿੱਥੇ ਜਿੱਥੇ
ਇਸ ਦੀ ਮੈਂ ਨੂੰ ਤ੍ਰਿਪਤੀ ਮਿਲੇ, ਜਿੱਥੇ ਜਿੱਥੇ ਇਸ ਦੀ ਮੈਂ ਨੂੰ ਕੋਈ ਪੱਠੇ ਪਾਵੇ, ਜਿੱਥੇ ਜਿੱਥੇ ਮੈਂ ਭਾਵ ਜ਼ਿਆਦਾ ਪ੍ਰਗਟ ਹੋਵੇ, ਉੱਥੇ ਮਨੁੱਖ ਨੂੰ ਰਸ ਆਉਂਦਾ ਹੈ। ਮਨੁੱਖ ਆਪਣੇ ਨਾਲੋਂ ਜ਼ਿਆਦਾ ਧਨਵਾਨਾਂ ਦੀ ਸਭਾ ਵਿੱਚ ਬੈਠ ਕੇ ਖੁਸ਼ ਨਹੀਂ ਹੁੰਦਾ, ਕਿਉਂਕਿ ਵੱਡੇ ਧਨਵਾਨਾਂ ਦੀ ਸਭਾ ਵਿੱਚ ਬੈਠ ਕੇ ਉਹਦੇ ਅੰਦਰ ਹੀਣ ਭਾਵ ਪੈਦਾ ਹੁੰਦਾ ਹੈ ਔਰ ਉਹਦੀ ਹਉਮੈ ਨੂੰ ਸੱਟ ਲੱਗਦੀ ਹੈ, ਉਹਦੇ ਅਹੰਕਾਰ ਨੂੰ ਸੱਟ ਲੱਗਦੀ ਹੈ। ਮੂਰਖ ਗੁਣਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਵੀ ਦੁਖੀ ਹੁੰਦਾ ਹੈ, ਕਾਰਨ ਕਿ ਗੁਣਵਾਨ ਉਸ ਨੂੰ ਉੱਚੇ ਦਿਖਾਈ ਦਿੰਦੇ ਨੇ ਔਰ ਫਿਰ ਉਹ ਖੁਦ ਗੁਣਵਾਨਾਂ ਦੇ ਸਾਹਮਣੇ ਛੋਟਾ ਹੋ ਜਾਂਦਾ ਹੈ। ਇਹ ਛੋਟਾਪਨ ਖਟਕਦਾ ਹੈ। ਮਨੁੱਖ ਹਰ ਮਹਿਫਿਲ ਵਿੱਚ, ਹਰ ਥਾਂ ਤੇ, ਹਰ ਸਮੇਂ ਤੇ ਉੱਚਾ ਹੀ ਰਹਿਣਾ ਚਾਹੁੰਦਾ ਹੈ, ਵੱਡਾ ਹੀ ਰਹਿਣਾ ਚਾਹੁੰਦਾ ਹੈ। ਇਸ ਵਾਸਤੇ ਜਦ ਵੀ ਮਨੁੱਖ ਦੇ ਅੰਦਰ ਇਹ ਹਉਮੈ ਪ੍ਰਬਲ ਰੂਪ ਵਿੱਚ ਹੋਵੇ, ਉਹ ਆਪਣੇ ਤੋਂ ਜ਼ਿਆਦਾ ਵੱਡੇ ਧਨਵਾਨ ਕੋਲ ਨਹੀਂ ਬੈਠ ਸਕਦਾ, ਉਹ ਆਪਣੇ ਤੋਂ ਜ਼ਿਆਦਾ ਵੱਡੇ ਗੁਣਵਾਨ ਕੋਲ, ਕਲਾਕਾਰ ਕੋਲ ਨਹੀਂ ਬੈਠ ਸਕਦਾ। ਜੇ ਬੈਠੇਗਾ ਤੇ ਉਹਨੂੰ ਤ੍ਰਿਪਤੀ ਨਸੀਬ ਨਹੀਂ ਹੋਵੇਗੀ, ਬੇਚੈਨੀ ਹੋਵੇਗੀ, ਪਰੇਸ਼ਾਨੀ ਹੋਵੇਗੀ। ਜਿੱਥੇ ਜਿੱਥੇ ਵੀ ਉਸ ਨੂੰ ਛੋਟਾ ਭਾਵ ਮਹਿਸੂਸ ਹੋਵੇਗਾ, ਔਖਾ ਹੋਵੇਗਾ। ਕਹਿੰਦੇ ਨੇ ਇਸੇ ਅਹੰਗ ਭਾਵ ਤੋਂ ਨਿੰਦਾ ਦਾ ਜਨਮ ਹੋਇਆ ਹੈ। ਹੁਣ ਦੂਸਰਾ ਵੱਡਾ ਹੈ ਤੇ ਹੁਣ ਹਉਮੈ ਨੂੰ ਸੰਤੁਸ਼ਟ ਕਰਨਾ ਹੈ, ਅਹੰਗ ਨੂੰ ਸੰਤੁਸ਼ਟ ਕਰਨਾ ਹੈ, ਰਸ ਦੇਣਾ ਹੈ। ਕਿਵੇਂ ਕਰੀਏ? ਉਸ ਵੱਡੇ ਨੂੰ ਛੁਟਿਆਓ। ਤਾਂ ਵੱਡੇ ਨੂੰ ਛੁਟਿਆਉਣ ਦਾ ਇੱਕੋ ਹੀ ਤਰੀਕਾ ਹੈ, ਨਿੰਦਾ। ਉਹਦੇ ਉੱਤੇ ਇਲਜ਼ਾਮ ਤਰਾਸ਼ੀਆਂ ਕਰ ਦੋ, ਉਹਦੀਆਂ ਬੁਰਾਈਆਂ ਦਾ ਜ਼ਿਕਰ ਕਰ ਦੋ, ਚਾਹੇ ਨਹੀਂ ਵੀ ਨੇ, ਕਲਪਨਾ ਕਰਕੇ ਵੀ ਕਰ ਦੋ, ਤਾਂ ਕਿ ਦੂਸਰਾ ਕਮ ਸੇ ਕਮ ਛੋਟਾ ਹੋਵੇ ਤੇ ਮੈਂ ਵੱਡਾ ਹੋਵਾਂ। ਕਈ ਦਫਾ ਦੇਖਦੇ ਹਾਂ ਛੋਟੇ ਛੋਟੇ ਮਾਸੂਮ ਬੱਚੇ ਵੀ ਵੱਡਾ ਹੋਣ ਦਾ ਨਾਟਕ ਰਚਦੇ ਨੇ, ਨਕਲੀ ਮੁੱਛਾਂ ਲਾ ਕੇ ਜਾਂ ਨਕਲੀ ਹਾਵ ਭਾਵ ਕਰਕੇ ਉਹ ਆਪਣੇ ਆਪ ਨੂੰ ਵੱਡਾ ਹੋਣਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਜ਼ਿੰਦਗੀ ਦੇ ਕਿਸੇ ਤਲ ਵਿੱਚ ਵੀ ਮਨੁੱਖ ਨੂੰ ਛੋਟਾ ਹੋਣਾ ਪ੍ਰਵਾਨ ਨਹੀਂ, ਚਾਹੇ ਉਹ ਬੱਚਾ ਹੈ, ਚਾਹੇ ਉਹ ਜਵਾਨ ਹੈ, ਚਾਹੇ ਉਹ ਬੁੱਢਾ ਹੈ, ਚਾਹੇ ਉਹ ਨਿਰਧਨ ਹੈ, ਚਾਹੇ ਧਨਵਾਨ ਹੈ, ਚਾਹੇ ਨਿਰਗੁਣ ਹੈ, ਚਾਹੇ ਗੁਣਵਾਨ ਹੈ। ਮਨੁੱਖ ਦੇ ਅੰਦਰ ਇਹ ਭਾਵ ਬਣਿਆ ਹੀ ਰਹਿੰਦਾ ਹੈ ਕਿ ਮੈਂ ਵੱਡਾ ਹਾਂ ਔਰ ਮੈਂ ਵੱਡਾ ਹੋਵਾਂ। ਦੂਜਾ ਛੋਟਾ ਹੈ, ਜੇ ਨਹੀਂ ਤੇ ਉਹਨੂੰ ਛੋਟਾ ਕਰ ਦੇਣਾ। ਮਨੁੱਖ ਦੀ ਇਸ ਅਹੰਗ ਭਾਵ ਤੋਂ ਤਰ੍ਹਾਂ ਤਰ੍ਹਾਂ ਦੇ ਤਸ਼ੱਦਦ, ਜ਼ੁਲਮ ਬਰਪਾ ਹੋਏ ਨੇ। ਸੰਸਾਰ ਵਿੱਚ 90% ਜ਼ੁਲਮ, ਤਸ਼ੱਦਦ ਮਨੁੱਖ ਦੇ ਅਹੰਗ ਭਾਵ ਤੋਂ ਨਿਕਲਦਾ ਹੈ। ਮੈਂ ਵੱਡਾ, ਤੂੰ ਛੋਟਾ ਹੈ। ਮੈਂ ਹਾਂ, ਤੂੰ ਹੈ, ਔਰ ਮੈਂ ਸਭ ਕੁਛ ਹਾਂ, ਤੂੰ ਕੁਛ ਵੀ ਨਹੀਂ। ਇਸ ਭਾਵ ਨੇ ਸਮੁੱਚੀ ਦੁਨੀਆ ਨੂੰ, ਖਾਸ ਕਰਕੇ ਮਨੁੱਖੀ ਦੁਨੀਆ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ। ਇਹ ਹਉਮੈ ਕਿਸ ਕਿਸ ਥਾਂ ਤੇ ਵਿਆਪਕ ਰਹਿੰਦੀ ਹੈ, ਇਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਖੋਲੇ। ਮੂਲ ਕਮਜ਼ੋਰੀ ਮਨੁੱਖ ਦੀ ਅਹੰਕਾਰ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ, ਹਉਮੈ ਰੋਗ ਮਾਨੁਖ ਹੋਰੀ ਨਾ। ਇਹਦਾ ਇਹ ਮਤਲਬ ਨਹੀਂ ਕਿ ਇਹਦੇ ਚ ਬਾਕੀ ਰੋਗ ਨਹੀਂ ਨੇ, ਬਾਕੀ ਕਮਜ਼ੋਰੀਆਂ ਨਹੀਂ ਨੇ। ਕਮਜ਼ੋਰੀਆਂ ਤੇ ਬਾਕੀ ਵੀ ਨੇ, ਉਹ ਉਕਸਾਹਟ ਨਾਲ ਪੈਦਾ ਹੁੰਦੀਆਂ ਨੇ, ਉਹ ਵਕਤ ਨਾਲ ਪੈਦਾ ਹੁੰਦੀਆਂ ਨੇ, ਸਮੇਂ ਨਾਲ ਪੈਦਾ ਹੁੰਦੀਆਂ ਨੇ। ਇੱਕੋ ਇੱਕ ਕਮਜ਼ੋਰੀ ਜੋ ਅੱਠੇ ਪਹਿਰ ਜਾਗਦਿਆਂ ਸੌਂਦਿਆਂ ਮਨੁੱਖ ਦੇ ਦਿਲ ਦਿਮਾਗ ਵਿੱਚ ਰਹਿੰਦੀ ਹੈ, ਉਹ ਹੈ ਅਹੰਗ ਭਾਵ। ਮੈਂ ਹਾਂ ਔਰ ਮੈਂ ਬਹੁਤ ਵੱਡਾ ਹਾਂ। ਚਾਹੇ ਵੱਡਾ ਹੈ ਚਾਹੇ ਨਹੀਂ, ਪਰ ਵੱਡਾ ਹੋ ਕੇ ਮੈਂ ਦਿਖਾਣਾ ਹੈ, ਵੱਡਾ ਹੋਣਾ ਮੈਂ ਪ੍ਰਗਟ ਕਰਨਾ ਹੈ। ਔਰ ਜੇ ਨਹੀਂ ਪ੍ਰਗਟ ਕਰ ਸਕਿਆ ਤੇ ਕੋਈ ਗੱਲ ਨਹੀਂ, ਵੱਡਾ ਹੋਣਾ ਮੈਂ ਮੰਨ ਲੈਣਾ, ਮੈਂ ਵੱਡਾ ਹੀ ਹਾਂ। ਮੰਨ ਤੇ ਸਕਦਾ ਹੈ, ਮੰਨਣ ਦੇ ਵਿੱਚ ਕੋਈ ਰੋਕ ਨਹੀਂ। ਇਸ ਵਾਸਤੇ ਮਾਸੂਮ ਬੱਚਾ ਵੀ ਕਈ ਦਫਾ ਆਪਣੇ ਆਪ ਨੂੰ ਬਾਦਸ਼ਾਹ ਮੰਨ ਲੈਂਦਾ ਹੈ। ਇਹ ਗੱਲ ਵੱਖਰੀ ਹੈ, ਉਹ ਖੇਲ ਵੀ ਬਾਦਸ਼ਾਹ ਤੇ ਵਜ਼ੀਰ ਦਾ ਖੇਡਦਾ ਹੈ। ਅੰਦਰ ਉਸ ਦੇ ਅੰਦਰ ਰੁਚੀ ਹੈ ਕਿ ਮੈਂ ਬਾਦਸ਼ਾਹ, ਮੈਂ ਵੱਡਾ, ਮੈਂ ਬਹੁਤ ਵੱਡਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਇਸੇ ਕਮਜ਼ੋਰੀ ਦਾ ਜ਼ਿਕਰ ਕਰਦੇ ਨੇ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ ਚ ਫਰਮਾਨ ਕਰਦੇ ਨੇ, ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਔਰ ਹਕੀਕਤ ਹੈ ਕਿ ਜਦ ਜਦ ਮਨੁੱਖ ਆਪਣੇ ਆਪ ਨੂੰ ਬਹੁਤ ਉੱਚਾ ਕਹਿਲਾਂਦਾ ਹੈ, ਉਹ ਕਹਿਲਾਂਦਾ ਇਸ ਵਾਸਤੇ ਔਰ ਖੁਦ ਪ੍ਰਗਟ ਕਰਨਾ ਵੀ ਇਸ ਵਾਸਤੇ ਚਾਹੁੰਦਾ ਹੈ ਕਿ ਉੱਚਾ ਨਹੀਂ ਹੈ। ਅਗਰ ਉੱਚਾ ਹੈ ਤਾਂ ਕਦੀ ਆਖਣ ਦੀ ਲੋੜ ਵੀ ਨਹੀਂ ਪਈ। ਸੂਰਜ ਨੇ ਕਦੀ ਨਹੀਂ ਆਖਿਆ ਕਿ ਮੇਰੇ 'ਚ ਰੋਸ਼ਨੀ ਹੈ, ਚੰਦਰਮਾ ਨੇ ਕਦੀ ਨਹੀਂ ਆਖਿਆ ਮੇਰੇ ਵਿੱਚ ਸ਼ੀਤਲਤਾ ਹੈ, ਚੰਦਨ ਕਦੀ ਢਿੰਡੋਰਾ ਨਹੀਂ ਪਿੱਟਦਾ ਮੇਰੇ ਵਿੱਚ ਠੰਡ ਹੈ, ਮੇਰੇ 'ਚ ਸੁਗੰਧੀ ਹੈ। ਸੁਗੰਧੀ ਖੁਦ ਬੋਲ ਪੈਂਦੀ ਹੈ, ਮਹਿਕ ਖੁਦ ਬੋਲ ਪੈਂਦੀ ਹੈ।
शीतलता खुद ही दस देंदी है। जब शीतलता नहीं है तो फिर कहना पैंदा है शीतलता दा कि मेरे कोल है। जब महक नहीं है, सुगंधी नहीं है, तो फिर प्रगटावा करना पैंदा है। तो खैर अजो की 20वीं सदी मुखर भी बड़ी है, बहुत बोल रही है, बहुत बोल रही है। इतना बोलना पहले नहीं सी, और सारे बोल अहंकार तो पैदा हो रहे हैं। सारे बोल इस वास्ते ने कि मैं हाँ बोल बोल के अपनी होंद प्रकट करनी है। कोई अपनी जात प्रकट कर रहा है, कोई अपनी पात, कोई अपना रंग, कोई अपना रूप, कोई अपना स्वभाव, कोई अपने गुण, कोई अपनी धन संपदा, कोई अपनी बिरादरी, कोई अपना मुल्क, कोई अपनी भाषा और कोई अपना प्रांत। गर्ज के बोलों दे सब कुछ यही प्रगट हो रहा है। जद कोई कहता है मेरा देश सब तो वड्डा है, ये एक भाव प्रगट होता है मैं सब तो वड्डा, क्योंकि मैं छोटे देश का रहने वाला नहीं हाँ, मैं बहुत वड्डे देश का रहने वाला। हुण वड्डपना चाहिए तो वड्डे होने लई कोई सहारा चाहिए, तो कोई देश का सहारा पकड़ लेंदा है। मैं छोटे मोटे देश का रहने वाला नहीं, मैं बहुत वड्डे देश का रहने वाला। फिर मनुख ऐसा भी कह देंदा है मेरा मजहब बहुत वड्डा है। हुण मेरा मजहब बहुत वड्डा है तां ही मैं वड्डा, जे मेरा मजहब छोटा है तो फिर मैं छोटा। साडी भाषा बड़ी महान है, साडी कुल बहुत उच्ची है। तो कुल बहुत उच्ची है तां ही मैं उच्चा, जे कुल नहीं उच्ची तो फिर मैं कित्थों उच्चा। जात नहीं उच्ची तो मैं कित्थों उच्चा। जात नूं उच्चा करना, कुल नूं उच्चा करना, भाषा नूं उच्चा करना, प्रांत नूं उच्चा करना, मुल्क नूं उच्चा करना, दरअसल ये भी मनुख ने अपनी होमे नूं उच्चा करने की कोशिश की है। और इन्हां ही तलां ते मनुख अपनी होमे नूं प्रगटांदा है। मेरा देश महान, तो स्पष्ट हो गई गल मैं महान हाँ, क्योंकि मैं एक महान देश का नागरिक हाँ। होमे अनेकां द्वार तो ये प्रगट होंदी है। मेरी भाषा कोई मामूली भाषा नहीं है, मेरा धर्म कोई मामूली धर्म नहीं है, मेरी कुल कोई मामूली कुल नहीं है। तो मनुख की ये होमे जो हिरदे विच है, पर इस हिरदे की टंकी नूं हज़ारां ही टूटियां लगियां ने। कोई जात दी, पात दी, भाषा दी, धर्म दी, रंग दी, रूप दी, नस्ल दी, जिहदे राहीं होमे दा जल बाहर निकल रहा है। मनुख अपनी होमे नूं प्रगटा रहा है। साहिब श्री गुरु नानक देव जी महाराज फरमान करते हैं कि होमे दे बोल जिंदगी दे हर कर्म दे उत्ते हावी ने, लागू ने और प्रगट होंदे ने। साहिब फरमान करते हैं होम विच आया, होम विच गया, होम विच जमिया, होम विच मुआ। बुनियादी तो यह सतगुरु दसते हैं कि मनुख के आउण का कारण भी होमे है। मैं हाँ तो कहते ने उतने चिर तक ईश्वर भी उसकी होंद नूं कायम रखता है। तू है कि जिस दिन बंदा कह देंदा मैं नहीं हाँ तू ही है, उस दिन कहते मनुख ईश्वर हो जाता है, परमात्मा हो जाता है। ईश्वर ते मनुख के विचकार अगर कोई दीवार है तो दूजा तीजा दीवार नहीं, मैं ही दीवार हाँ। और ऐसा ये व्यापक रूप में अजोके समय मौजूद है। साहिब कहते हैं ये होमे आण जाण का कारण बनती है, ये बार बार जन्म दिलाती है। होमे यही बीज है। मैं हाँ तो परमात्मा कहता ठीक है तू है, तू रहेगा। साधना करते करते, भक्ति करते करते जिस दिन मनुख की सुरत उस अवस्था ते पहुंच जाए कि मनुख की जबान तो मैं ना निकले, तू ही तू निकले, कहते उस दिन मनुख ही परमात्मा हो जाता है, मनुख ही ईश्वर हो जाता है। साहिब श्री गुरु अर्जन देव जी महाराज के दरबार में भगत काना अपनी बाणी लैके आए सन। तो सतगुरां ने सुते सिद्ध कहा बई तू सुना, तेरा कलाम असी सुनना चाहते हैं। उन्हें अपनी रचना इत्थों आरंभ की, मैं ओही रे, मैं ओही रे। सतगुरु ने रोकया, कहने लगा नहीं ये बोल असी सुनने भी नहीं। गुरु ग्रंथ साहब जी महाराज दे दर्ज करना ते दरकिनार असी ये सुनने भी नहीं। जिस दे मनुख दी मैं प्रगट होवे, जिस दे मनुख दी मैं दा जिक्र होवे, मैं दा वाधा होवे, ये बोल असी नहीं सुनने, ये बोल असी नहीं दर्ज करने। असी ते ये बोल सुनने ने, ये बोल दर्ज करने ने। तू तू करता तू भया, मुझ में रहा न हूं, जब आपा पर का मिट गया, जत देखा तत तू। हुण मेरे विच मैं मिट गई, हुण तो मैं जिधर देखदा तू ही तू है, तू तो बिना हुण होर कुछ भी नहीं है। तो साहिब इत्थे फरमान करते ने मनुख है अहंकार करके ही आउंदा है, मैं भाव करके ही आउंदा है।
और मैं भाव ही मौत का कारण बनती है। जिस दिन मैं मिट जाती है उस दिन मनुख को ऐसा बोध आता है, न किछ जन्मे न किछ मरे। कुछ जमदा नहीं, कुछ मरदा नहीं। दावे नाल कह दिता है भगत सिरमौर श्री पीपा जी ने। आप कहते काया बहुखंड खोजते नौ निद पाई, ना कछ आए बो ना कछ जाए बो राम की दुहाई। श्री पीपा कहते ने दुहाई है हे ईश्वर, गल कुछ होर सी ते मैं समझदा होर रहा। मैं तो समझदा रहा कुछ जमदा है कुछ मरदा है, कुछ आउंदा है कुछ जाउंदा है। और इस तो इलावा कुछ खुशियां ने कुछ गमियां ने, पर अज मैनू पता चले तो कुछ भी नहीं, तू ही तू है। ना कछ आए बो ना कछ जाए बो राम की दुहाई। हे राम, अज जद मैं तेरे विच लीन होया ते मेरा मैं भाव मिटिया ते हुण मैं ऐसा समझदा कोई जमदा नहीं कोई मरदा नहीं, न किछ जन्मे न किछ मरे। गुरु अर्जन देव जी महाराज कहते हैं कौन मुआ है कौन जमे है। ये भ्रांतियां ने, ये भरम भुलेखे ने, सिर्फ मैं दे तल तो पैदा होंदे ने, सिर्फ अहंग भाव तो पैदा होंदे ने। तो साहिब कहते मनुख का ये जिहड़ा अहंकार है, अहंकार की सोचनी ही जन्म मरण का कारण बनती है। और अहंकार की सोचनी ये कबूल करने ते मजबूर कर देंदी है मेरा जन्म होया है मेरा मरण होया है, मैं जमया मैं मरांगा, मेरा जन्म होया है मेरी होंद है मैं प्रगट होया। साहिब कहते इस तरह हों में बद्धा आवे जाए, अहंग भाव करके आवना जावना बनया रहिंदा है। साहिब अगां चल के कहते हों विच जमया हों विच मोह। जे मनुख जिक्र भी करे मेरा जन्म होया है तो ये भी अहंकार भाव मौजूद है। मेरा जन्म होया है, तू किथे है। जैसे जैसे कोई मेरा करदा है मैं भाव वधदा है, मेरा धन मेरा तन मेरी कुल। मेरा मेरा जितना ज्यादा इकट्ठा होगा मैं दी ढेरी उतनी वड्डी हो जाएगी। मेरे करके ही मैं दी ढेरी वड्डी है। मेरा कुछ नहीं तो फिर मैं भी कुछ नहीं। तेरा तेरा संग्रह करिए तो फिर तू ही बचदा है, मैं नहीं बचदा। ते मेरा मेरा करिए तो फिर मैं ही बचदा है, तू एक पासे हो जाना है। गुरु ग्रंथ साहब जी महाराज की बाणी का फैसला जब लग मेरी मेरी करे तब लग काज एक नहीं सरे। जब मेरी मेरी मिट जाए तब प्रभ काज सवारे आए। तो मेरे दा मैं नाल संबंध है, तेरे दा तू नाल संबंध है। भगत कहते ने तेरा 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 सब कुछ तेरा, एक दिन तू नाल जुड़ जाते हैं। संसारी कहता है मेरा मेरा मेरा, अपनी मैं नाल ही जुड़े रह जाते हैं। मैं बोझ है, मैं तनाव है, मैं भार है, मैं जन्म का कारण है, मैं मरण का कारण है, मैं दुखों का मूल है, मैं संताप का घर है, मैं विकारां दी खान है। इस वास्ते साहिब श्री गुरु नानक देव जी महाराज ने इस पावन पवित्र श्लोक दे प्रमाण किया है कि मैं मनुख दे हर किरदार दे हर कर्म दे छाई रहिंदी है। जो ऐसा जिक्र भी करता है कि मैं जमया मैं मरिया, तो ये भी उहदी मैं मौजूद है, मैनू प्रगट कर रहा है, अहंग भाव नू प्रगट कर रहा है। हों विच जमया हों विच मुआ, हों विच दिता हों विच लिया। जे दाता बनया देण वाला भी बनया तो कहंदा मैं दिता मैं दानी। हुण जितना वड्डा दानी उतना वड्डा अहंकारी, जितना वड्डा ज्ञानी उतना वड्डा अहंकारी। इसनू मनोविज्ञानियों ने भी मन लिया, क्योंकि वड्डे अहंकार लई वड्डा दान चाहिए है, वड्डे अहंकार लई वड्डा ज्ञान चाहिए। अजोकी सदी ज्ञानी सदी है। पहले इतना ज्ञान पृथ्वी पर नहीं सी जितना अज है। जितने विद्यालय ने, जितने कॉलेज ने और जितने महाविद्यालय ने, ये पहले पृथ्वी पर नहीं सन। अज ने अज मनुखता जितनी पढ़ी लिखी है पहले नहीं सी। अज मनुखता को जितना बोध ज्ञान है पहले नहीं सी। पर अजोकी मनुखता जितनी अहंकारी है पहले नहीं सी। इस वास्ते मिलनसारी के जज्बे खत्म हो गए, मेल मिलाप खत्म हो गए। कहते ने मैं नाल मेल होना बड़ा बहुत कठिन है। मैं नाल तनाव ते हो सकता है, मैं नाल रंज ते हो सकता है, मैं नाल टकराव ते हो सकता है, झगड़ा ते हो सकता है। मैं नाल मिलन नहीं है, मैं दा तू नाल ही मिलन है।
ਮੈਂ ਤੇ ਤੂੰ ਦੇ ਵਿੱਚ ਹੀ ਲੀਨ ਹੋ ਸਕਦੀ ਹੈ। ਮੈਂ ਦੇ ਆਸਰੇ ਤੇ ਵੱਧਦੀ ਹੈ। ਦੋਵੇਂ ਪਾਸੇ ਮੈਂ ਕਰਨ ਵਾਲੇ ਹੋਣ ਤਾਂ ਦੋਹਾਂ ਦੀ ਮੈਂ ਵੱਧ ਜਾਏਗੀ, ਦੋਹਾਂ ਦਾ ਅਹੰਕਾਰ ਵੱਧ ਜਾਏਗਾ। ਇੱਕ ਪਾਸੇ ਪ੍ਰਮਾਤਮਾ ਹੋਵੇ, ਔਰ ਕਮਾਲ ਦੀ ਗੱਲ ਹੈ ਉਸਨੇ ਕਿਸੇ ਥਾਂ ਵੀ ਆਪਣੀ ਹੋਂਦ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਹਾਂ ਐਸਾ ਉਹ ਢੰਡੋਰਾ ਕਿਧਰੇ ਵੀ ਨਹੀਂ ਦਿੰਦਾ। ਹਾਂ, ਜਿਨ੍ਹਾਂ ਨੇ ਉਸ ਨੂੰ ਜਾਣਿਆ ਉਹਨਾਂ ਨੇ ਢੰਡੋਰਾ ਪਿੱਟਿਆ, ਤੂੰ ਹੈ, ਮੈਂ ਤੇ ਹਾਂ ਹੀ ਨਾ, ਮੇਰੀ ਤੇ ਕੋਈ ਹੋਂਦ ਹੀ ਨਹੀਂ ਹੈ। ਲੇਕਿਨ ਈਸ਼ਵਰ ਦੀ ਤਰਫੋਂ ਐਸਾ ਅੱਜ ਤੱਕ ਕੋਈ ਦਾਵਾ ਨਹੀਂ ਹੈ। ਇਹ ਵਿਨਿਮਰਤਾ ਦੀ ਸਿਖਰ ਹੈ ਕਿ ਸਮੂਹ ਸੰਸਾਰ ਦਾ ਕਰਤਾ ਹੋਵੇ ਤੇ ਕਰਤੇਪਣ ਦਾ ਕੋਈ ਦਾਵਾ ਨਹੀਂ, ਜਦਕਿ ਛੋਟੀ ਮੋਟੀ ਕ੍ਰਿਤ ਦਾ ਵੀ ਮਨੁੱਖ ਦਾਵਾ ਕਰਦਾ ਹੈ, ਇਸ ਕਵਿਤਾ ਦਾ ਕਰਤਾ ਮੈਂ ਹਾਂ, ਇਸ ਕਿਤਾਬ ਦਾ ਕਰਤਾ ਮੈਂ ਹਾਂ, ਇਸ ਵਸਤੂ ਦਾ ਕਰਤਾ ਮੈਂ ਹਾਂ, ਇਸ ਕਲਾ ਦਾ ਕਰਤਾ ਮੈਂ ਹਾਂ। ਪਰ ਸਾਰੀਆਂ ਕਲਾ ਦਾ ਗਿਆਨੀ ਹੁੰਦਿਆਂ ਹੋਇਆਂ ਤੇ ਸਾਰੇ ਸੰਸਾਰ ਦਾ ਰਚੇਤਾ ਹੁੰਦਾ ਹੋਇਆ ਉਹਦਾ ਦਾਵਾ ਕਿਸੇ ਥਾਂ ਤੇ ਵੀ ਨਹੀਂ। ਕਹਿੰਦੇ ਨੇ ਜਿਸ ਦਿਨ ਮਨੁੱਖ ਨਿਰਦਾਵੇ ਹੋ ਜਾਂਦਾ ਹੈ, ਉਹਦੇ ਅੰਦਰੋਂ ਸਾਰੇ ਦਾਅਵੇ ਨਿਕਲ ਜਾਂਦੇ ਨੇ, ਉਸ ਦਿਨ ਹੀ ਮਨੁੱਖ ਈਸ਼ਵਰ ਦੇ ਨੇੜੇ ਹੋ ਜਾਂਦਾ ਹੈ। ਪਰ ਅਹੰਕਾਰ ਭਾਵ ਇਹ ਦਾਵਾ ਕਰਨ ਨਹੀਂ ਦਿੰਦਾ। ਅਹੰਕਾਰ ਭਾਵ ਤੇ ਇਸ ਤਰ੍ਹਾਂ ਦੇ ਦਾਅਵੇ ਕਰਵਾਉਂਦਾ ਹੈ, ਮੈਂ ਹਾਂ, ਮੇਰੀ ਹੋਂਦ ਹੈ। तो ਸਾਹਿਬ ਕਹਿੰਦੇ ਨੇ ਜਿਤਨਾ ਦਿੱਤਾ ਉਤਨਾ ਅਹੰਗ ਭਾਵ ਵਧਿਆ। ਬਲਕਿ ਐਸਾ ਵੀ ਹੁੰਦਾ ਹੈ ਮਨੁੱਖ ਦੀ ਕਾਇਆ ਮਿਟ ਜਾਂਦੀ ਹੈ, ਮਨੁੱਖ ਦਾ ਅਹੰਕਾਰ ਜਿੰਦਾ ਰਹਿ ਜਾਂਦਾ ਹੈ। ਬੇਸ਼ੁਮਾਰ ਧਰਮਸ਼ਾਲਾਵਾਂ ਦੀਆਂ ਪੱਥਰਾਂ ਦੇ ਉੱਤੇ, ਸਿਲਾਂ ਦੇ ਉੱਤੇ ਅੱਜ ਵੀ ਮਨੁੱਖਾਂ ਦੇ ਦਾਨੀ ਹੋਣ ਦੇ ਨਾਮ ਲਿਖੇ ਪਏ ਨੇ, ਔਰ ਉਹ ਪੱਥਰ ਕੂਕ ਕੇ ਕਹਿ ਰਹੇ ਨੇ ਫਲਾਣਾ ਦਾਨੀ ਸੀ, ਫਲਾਣਾ ਦਾਨੀ ਸੀ। ਮਨੁੱਖ ਨੇ ਐਸਾ ਪੱਥਰਾਂ ਤੋਂ ਵੀ ਕਹਿਲਵਾਇਆ ਹੈ, ਨਿਰਜੀਵ ਪੱਥਰਾਂ ਤੋਂ। ਕਿਉਂ ਕਿ ਜਿੰਦ ਜਾਨ ਰੱਖਣ ਵਾਲੇ ਜਿਹੜੇ ਮਨੁੱਖ ਨੇ ਉਹ ਤੇ ਆਪਣੀ ਹੋਂ ਤੇ ਆਪਣੇ ਹੀ ਦਾਨ ਨੂੰ ਪ੍ਰਗਟ ਕਰਦੇ ਨੇ, ਦੂਜੇ ਦਾ ਕਿੱਥੇ ਪ੍ਰਗਟ ਕਰਦੇ ਨੇ। ਕਿ ਜੇ ਦੂਜੇ ਦਾ ਪ੍ਰਗਟ ਵੀ ਕਰਨਗੇ ਤੇ ਮਜਬੂਰੀ 2-4 ਦਿਨ ਕਹਿਣਗੇ ਫਲਾਣਾ ਦਾਨੀ ਹੈ, ਫਲਾਣਾ ਦਾਨੀ ਹੈ। ਕਾਫੀ ਲੰਬੇ ਸਮੇਂ ਤੱਕ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਕੋਈ ਐਸਾ ਆਖੇ ਮੈਂ ਦਾਨੀ ਹਾਂ, ਮੈਂ ਦਾਨੀ ਹਾਂ, ਤਾਂ ਕੋਈ ਦੀਵਾਰ ਕਹਿ ਸਕਦੀ ਹੈ, ਕੋਈ ਪੱਥਰ ਕਹਿ ਸਕਦਾ ਹੈ, ਮਨੁੱਖ ਨਹੀਂ ਕਹਿ ਸਕਦਾ। ਇਸ ਵਾਸਤੇ ਬਹੁਤੇ ਹੰਕਾਰੀ ਮਨੁੱਖਾਂ ਨੇ ਪੱਥਰਾਂ ਦਾ ਆਸਰਾ ਲਿਆ, ਜ਼ਮੀਨ ਦਾ ਆਸਰਾ ਲਿਆ, ਫਰਸ਼ ਤੇ ਆਪਣੇ ਜੋ ਹੈ ਨਾਂ ਲਿਖਾ ਹੈ। ਤਾਂ ਸਾਹਿਬ ਕਹਿੰਦੇ ਨੇ ਦਿੱਤਾ ਲੇਕਿਨ ਦੇਣ ਦੇ ਵਿੱਚ ਅਹੰਗ ਭਾਵ, ਮੈਂ ਦਿੱਤਾ। ਤੇ ਜੇ ਲਿਆ ਵੀ ਹੈ ਤਾਂ ਮੈਂ ਲਿਆ, ਮੈਂ ਪ੍ਰਾਪਤ ਕੀਤਾ ਹੈ, ਮੈਂ ਹਾਸਲ ਕੀਤਾ ਹੈ। ਇਹਨਾਂ ਦੋਵਾਂ ਹਾਲਤਾਂ ਵਿੱਚ ਮੈਂ ਬਕਾਇਦਾ ਤੌਰ ਤੇ ਲਾਗੂ ਰਹੀ। ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ। ਮੈਂ ਖਟਿਆ, ਹੁਣ ਖੱਟਣ ਵਿੱਚ ਵੀ ਮੈਂ ਬੈਠੀ ਹੈ। ਔਰ ਜੇ ਗਵਾਚ ਗਿਆ, ਨੁਕਸਾਨ ਹੋ ਗਿਆ, ਮੇਰੇ ਕੋਲ ਹੋ ਗਿਆ ਨੁਕਸਾਨ, ਮੈਂ ਗਵਾ ਬੈਠਾ। ਹਰ ਕਰਮ ਦੇ ਵਿੱਚ, ਹਰ ਕਿਰਦਾਰ ਦੇ ਵਿੱਚ ਮੈਂ ਬੈਠੀ ਹੋਈ ਹੈ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਜੇ ਸੱਚ ਬੋਲਦਾ ਹੈ ਤਾਂ ਕਹਿੰਦਾ ਮੈਂ ਬੋਲਿਆ, ਕਿ ਸੱਚ ਦੀ ਕਥਨੀ ਮੈਂ ਕੀਤੀ ਹੈ। ਸਚਿਆਰ ਹੋਇਆ ਹੈ ਤਾਂ ਸਚਿਆਰ ਹੋਣ ਦੇ ਵਿੱਚ ਵੀ ਅਹੰਗ ਭਾਵ ਪ੍ਰਗਟ ਹੈ। ਤੇ ਜੇ ਕਿਧਰੇ ਐਸਾ ਇਸ ਨੂੰ ਮਹਿਸੂਸ ਹੋਵੇ ਮੈਂ ਝੂਠ ਬੋਲਿਆ, ਤੇ ਜੇ ਦੂਜੇ ਦੇ ਅੱਗੋਂ ਹੁਣ ਕਹਿ ਰਿਹਾ ਹੈ ਕਿ ਮੇਰੇ ਕੋਲ ਗਲਤ ਬਿਆਨੀ ਹੋ ਗਈ ਹੈ, ਮੈਂ ਕੂੜ ਬੋਲਿਆ, ਤਾਂ ਇਸ ਕੂੜ ਬੋਲਣ ਦੇ ਵਿੱਚ ਵੀ ਆਪਣੀ ਸ਼ਰਾਫਤ, ਆਪਣੀ ਸਚਾਈ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਪਿਆ ਕਰਦਾ। ਦੇਖੋ ਮੈਂ ਕਿਤਨਾ ਸਚਿਆਰ ਹਾਂ ਕਿ ਬੋਲਿਆ ਮੈਂ ਝੂਠ ਹੈ, ਪਰ ਮੈਂ ਕਬੂਲ ਕਰ ਲਿਆ। ਝੂਠ ਬੋਲ ਕੇ ਵੀ ਉਹ ਸਚਿਆਰ ਹੋਣ ਦਾ ਦਾਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਇਹਦੇ ਨਾਲ ਵੀ ਅਹੰਗ ਭਾਵ ਮਨੁੱਖ ਦਾ ਜੋ ਹੈ ਵੱਧਦਾ ਹੈ। ਤਾਂ ਸਾਹਿਬ ਕਹਿੰਦੇ ਨੇ ਇਹਨਾਂ ਦੋਹਾਂ ਹਾਲਤਾਂ ਦੇ ਉੱਤੇ ਵੀ ਮੈਂ ਲਾਗੂ ਹੈ। ਹੋਂ ਵਿੱਚ ਪਾਪ ਪੁੰਨ ਵਿਚਾਰ, ਪਾਪ ਦੀ ਵਿਚਾਰ ਕਰ ਰਿਹਾ ਹੈ, ਪੁੰਨ ਦੀ ਵਿਚਾਰ ਕਰ ਰਿਹਾ ਹੈ, ਲੇਕਿਨ ਭਾਵ ਪੈਦਾ ਹੋ ਰਿਹਾ ਹੈ ਮੈਂ ਵਿਚਾਰ ਕਰ ਰਿਹਾ। ਇਸ ਨੂੰ ਮੈਂ ਵਿਚਾਰਿਆ, ਔਰ ਸਿਰਫ ਮੈਂ ਹੀ ਵਿਚਾਰਿਆ ਨਹੀਂ, ਇਹ ਵਿਚਾਰ ਵੀ ਕੇਵਲ ਮੇਰੇ ਨੇ। ਕਹਿੰਦੇ ਨੇ ਜਗਤ ਦੇ ਵਿੱਚ ਨਵੀਨ ਕੁਝ ਵੀ ਨਹੀਂ ਹੈ, ਸਭ ਕੁਝ ਪ੍ਰਭੂ ਤੋਂ ਆਦ ਕਾਲ ਤੋਂ ਮੌਜੂਦ ਹੈ। ਅਗਰ ਕੋਈ ਕਵੀ ਕਹਿੰਦਾ ਇਹ ਖਿਆਲ ਨਵੀਨ ਨੇ ਮੇਰੇ, ਨਹੀਂ, ਖਲਾਦ ਵਿੱਚ ਮੌਜੂਦ ਸਨ, ਤੇਰੀ ਪਕੜ ਦੇ ਚ ਆ ਗਏ ਨੇ। ਵਿਚਾਰ ਖਲਾਦ ਵਿੱਚ ਮੌਜੂਦ ਸਨ, ਤੇਰੀ ਪਕੜ ਦੇ ਚ ਆ ਗਏ ਨੇ। ਸੰਗੀਤ ਦੀ ਧੁਨ ਬਕਾਇਦਾ ਖਲਾਦ ਵਿੱਚ ਮੌਜੂਦ ਸੀ, ਤੇਰੀ ਪਕੜ ਦੇ ਚ ਆ ਗਈ ਹੈ। ਜਗਤ ਵਿੱਚ ਕੁਝ ਵੀ ਨਵਾਂ ਨਹੀਂ ਹੈ। ਹਾਂ, ਇਹ ਦੇਖਣਾ ਹੈ ਕਿ ਤਾਲਮੇਲ ਕਿਸ ਦਾ ਬੈਠ ਗਿਆ ਤੇ ਕਿਸ ਨੇ ਕਿਹੜੀ ਚੀਜ਼ ਪਕੜ ਲਈ। ਲੇਕਿਨ ਖਲਾਦ ਵਿੱਚ ਸਭ ਕੁਝ ਮੌਜੂਦ ਸੀ। ਸਾਹਿਬ श्री गुरु नानक देव जी महाराज ने तभी कह देता है कि जैसे में आवे खसम की बाणी तैसड़ा करी ज्ञान वे ला लो। मता किधरे जगत नूं भुलेखा पै जाए ये ज्ञान मेरा है, मेरी सिरजना है, मैं इसका करता नहीं,
ਇਹ ਤੇ ਜੋ ਪ੍ਰਮਾਤਮਾ ਦੇ ਖਲਾਅ ਵਿੱਚ ਮੌਜੂਦ ਸੀ, ਮੇਰੀ ਪਕੜ ਵਿੱਚ ਆ ਗਿਆ, ਮੈਂ ਜਗਤ ਨੂੰ ਕਹਿ ਦਿੱਤਾ ਹੈ, ਮੇਰਾ ਸਵੈਮ ਦਾ ਨਹੀਂ ਹੈ, ਇਹ ਤੇ ਮੌਜੂਦ ਸੀ। तो ये सच्चाई है, बहुत वड्डी हकीकत है। और इस सच की अगर मनुख नूं पहचान होवे, बोध होवे, तो फिर अहंकार करना औखा हो जाता है। साहिब कहते हैं विचार करता है पाप दी पुण्य दी, ते कहता है मैं विचार किया, हौं विच नरक सुरग अवतार। हौं दा मारिया होया ही कदी सुख भोगदा है, कदी दुख भोगदा है, कदी नरकां विच, कदी स्वर्ग विच। भाव पुण्य कर्म कीते ते ओदे नाल अहंग भाव रहा तां स्वर्ग, पाप कर्म कीते उसदे नाल जो अहंग भाव रहा नरक, नरक ते स्वर्ग। इस तरीके नाल ओ दुख ते सुख भोगदा है। हौं विच हसे, हौं विच रोवे, हौं विच भरीए, हौं विच धोवे। जे हसदा पिया तां इहदे च भी मैं भाव जारी है, मैं हस रहा, मैं रो रहा। ये प्रभु की कृत नहीं, ये हासा मेरी कृत है और ये रोना मेरी कृत है। जबकि हकीकत है सियाणे मनुख जो प्रभु नाल लीन होए ने वो कहते हासा साडी कृत नहीं है, रोना साडी कृत नहीं है, ईश्वरी देन है। कहते पशु नहीं हस सकते, अगर वाकई कृत होंदी तो हासा शायद पशुओं कोल भी होंदा। किसी थां ते भी चौपाए जानवर खिड़खिड़ा के हसते नहीं दिखाई देंदे। ये प्रभु की कृत है और मनुख नूं जो है मिली हुई है। पर मनुख कहता नहीं मैं हसिया, मैं रोया। तो रोण दे हासे दे भी मनुख का मैं भाव मौजूद रहिंदा है। हौं विच जाति जिनसी खोवे, जात दा मान, जिनस दा मान, नस्ल दा मान, इहदे च भी मनुख दा अहंकार वधदा है ते मनुख अपना जीवन नष्ट कर बैठदा है। हौं विच मूर्ख, हौं विच सियाणा, सियाणप दे च ते इसदा अहंग भाव रहिंदा है ते जे किधरे मूर्खता कबूल भी करदा है तां ओहदे च भी इसदा मौजूद है। जे कहंदा है मैं मूर्ख हां तां दरअसल ऐसा कबूल करके भी ये अगले नूं दसण की कोशिश कर रहा है कि मैं कितना सियाणा, देखो मैं अपनी खामी कबूल कर रहा। तो इस ढंग के नाल अहंग भाव नूं सामने रख के मूर्खता कबूल करनी, वास्तविक मूर्खता कबूल करनी नहीं है। अहंग भाव नूं सामने रख के अपनी गलती कबूल करनी, ये गलती कबूल करनी नहीं, उस तो होर गलतियां होणगियां, उस तो होर भुल्लां होणगियां। मोख मुकत की सार न जाना। इस तरह का बंदा मुक्ति किवें प्राप्त होवे, अहंकार तो छुटकारा किवें प्राप्त होवे, इहदी सार नहीं जानदा, इहदा भेद नहीं जानदा। हौं विच माया, हौं विच छाया, अहंकार वस होके ही कही जाता है कि ये जिहड़ी माया है ये परमात्मा की बनाई हुई छाया है, होर कुछ नहीं है, होर कुछ नहीं है। लेकिन इहदे च भी उसका अहंग भाव मौजूद है। हौमे कर कर जंत उपाया। इस तरह हौमे नूं वधा वधा के प्रगट कर करके इसनूं बहुत भारी भरकम करके साहिब कहंदे ने उस परिपूर्ण परमात्मा ने यह निज़ाम इस ढंग का चलाया कि बार बार उस हौमे दे बद्धे हुए जीव आउंदे ने, जंत उत्पन्न होंदे ने, जमदे ने, मरदे ने। हौमे बूझे तां दर सूझे, ओ दर प्रभु दा तां सूझे, तां दिखाई देवे कि हौमे दा पता चले कि वास्तविक हौमे की है। ज्ञान में होना कथ कथ लूझे। हौमे दे ज्ञान तो बिना कथनी कर करके बंदा ख्वार होंदा है, दुखी होंदा है। साहिब कहंदे ने हौमे रहत कथनी ही वास्तविक कथनी है। ज्ञान में होना कथ कथ लूझे, नानक हुक्मी लिखिए लेख, जेहा वेखे तेहा वेख। साहिब कहंदे ने अपने अहंग भाव नूं सामने रख के जो जगत नूं तकण की कोशिश करता है उसनूं अपना अहंग भाव ही चारों पासे दिखाई देंदा है, परमात्मा नहीं। अहंकार ही चारों पासे दिखाई देंदा है, ईश्वर नहीं। वो इस तरीके नाल ही वेखदा है, अहंकार दी ऐनक नाल हर पासे अहंकार ही अहंकार, निरंकार नहीं, ईश्वर नहीं। महला दूजा। हौमे एहा जात है, हौमे कर्म कमाए, हौमे एही बंदना फिर जोनी पाए। हौमे किथों पुजे कित संजमे जाए, हौमे एहो हुक्म है पइए किरत फिराए। हौमे दीर्घ रोग है दारू भी सुमाए, कृपा करे जे अपनी तां गुर का शब्द कमाए। नानक कहे सुनो जनो इत संजम दुख जाए पौड़ी। सेव कीती संतोखई जिन सचो सच ध्याया। उन्हीं मंदे पैर न रखियो कर सुकृत धर्म कमाया। उन्हीं दुनिया तोड़े बंदना
ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੇ ਚੜੇ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ। ਇਸ 7ਵੀਂ ਪੌੜੀ ਦੇ ਨਾਲ ਦੂਜਾ ਸ਼ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਜੋ ਪਹਿਲੇ ਪਾਤਸ਼ਾਹ ਜੀ ਦੇ ਪਹਿਲੇ ਸ਼ਲੋਕ ਦੇ ਉਚਾਰਨ ਦੇ ਨਾਲ ਹੀ ਮੇਲ ਖਾਂਦਾ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ। ਹੂ ਬਹੁ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਏ। ਹਉਮੈ ਦੀ ਜ਼ਾਤ ਕੀ ਹੈ, ਭਾਵ ਇਸ ਦੀ ਪਹਿਚਾਣ ਕਿਵੇਂ ਹੋਵੇਗੀ, ਇਹਦੀ ਸੂਝ ਕਿਵੇਂ ਹੋਵੇਗੀ, ਇਸ ਦੀ ਸਮਝ ਕਿਵੇਂ ਹੋਵੇਗੀ। ਸਾਹਿਬ ਕਹਿੰਦੇ ਨੇ ਕਿ ਹਰ ਕਰਮ ਦੇ ਉੱਤੇ ਹਾਵੀ ਹੋਵੇਗੀ, ਹਰ ਕਰਮ ਦੇ ਵਿੱਚ ਮੌਜੂਦ ਹੋਵੇਗੀ। ਜੋ ਵੀ ਮਨੁੱਖ ਕਰਮ ਕਰੇਗਾ, ਹਉਮੈ ਵਸ ਕਰੇਗਾ। ਜਿਤਨੇ ਵੀ ਕਰਮ ਹੋ ਰਹੇ ਨੇ, ਹਰ ਕਰਮ ਦੇ ਉੱਤੇ ਹਉਮੈ ਦੀ ਛਾਪ ਹੈ। ਮਨੁੱਖ ਦੀ ਸਾਰੀ ਭੱਜ ਦੌੜ ਵੀ ਹਉਮੈ ਨੂੰ ਵਧਾਉਣ ਵਾਸਤੇ ਹੈ। ਮਨੁੱਖ ਦੀ ਸਾਰੀ ਸਿਆਣਪ, ਸੂਝ ਬੂਝ, ਸਾਰੀ ਸ਼ਕਤੀ ਵੀ ਹਉਮੈ ਨੂੰ ਵਧਾਉਣ ਵਾਸਤੇ ਹੈ। ਤੇ ਜਿਤਨੀ ਮਨੁੱਖ ਦੀ ਹਉਮੈ ਵੱਧ ਜਾਏ, ਉਤਨਾ ਹੀ ਪਰਮਾਤਮਾ ਛੋਟਾ ਹੋ ਜਾਂਦਾ ਹੈ ਉਹਦੀ ਦ੍ਰਿਸ਼ਟੀ ਵਿੱਚ। ਅਹੰਕਾਰੀ ਦੀ ਦ੍ਰਿਸ਼ਟੀ ਵਿੱਚ ਉਹਦੀ ਮਾਂ ਤੁੱਛ ਹੈ, ਉਹਦਾ ਪਿਤਾ ਵੀ ਕੁਛ ਨਹੀਂ। ਅਹੰਕਾਰੀ ਦੀ ਦ੍ਰਿਸ਼ਟੀ ਵਿੱਚ ਵੱਡਾ ਭਰਾ ਕੀ ਹੈ, ਕੁਛ ਵੀ ਨਹੀਂ। ਜਿਤਨਾ ਵੱਡਾ ਅਹੰਕਾਰ ਹੋਵੇਗਾ, ਮਾਂ ਉਤਨੀ ਛੋਟੀ ਹੋ ਜਾਏਗੀ, ਪਿਓ ਉਤਨਾ ਹੀ ਛੋਟਾ ਹੋ ਜਾਏਗਾ। ਔਰ ਅਹੰਕਾਰ ਜਿਤਨਾ ਜ਼ਿਆਦਾ ਵੱਡਾ ਹੋਵੇ, ਨਿਰੰਕਾਰ ਉਤਨਾ ਹੀ ਛੋਟਾ ਹੋ ਜਾਏਗਾ। ਤੇ ਸਿਖਰ ਤੇ ਪਹੁੰਚਿਆ ਹੋਇਆ ਅਗਰ ਅਹੰਕਾਰ ਹੋਵੇ, तो निरंकार मर ही जाएगा, परमात्मा नहीं रहेगा उसकी दुनिया में। मन उसकी दुनिया खत्म हो गया। हर नाकश की दुनिया में परमात्मा नहीं है, परमात्मा खत्म हो गया, क्योंकि अहंकार चरम सीमा पर पहुंच गया। जैसे जैसे मनुख का अहंकार बढ़ता है, वैसे वैसे दुनिया में बाकी छोटे होंगे जा रहे हैं। सब छोटे, सब मूर्ख, सब नादान, सब तुच्छ। इस वास्ते कहते ने अहंकारी का कोई मित्र नहीं हो सकता। मित्रता तो होंगी है बराबरी के तल पर। किसी भी अहंकारी का कोई मित्र नहीं हो सकता। हर नाकश के कोई दोस्त नहीं सन। इस तरह की सोचने वाले, इस तरह के अहंकारी मनुख जितने भी आते हैं, उन्होंने कोई मित्र नहीं आते। हिटलर का कोई दोस्त नहीं सी। इतना शिखर का अहंकारी कि हर बशर, हर बंदा उहदे लई कीड़ा मकोड़ा है और कुछ नहीं, जिन्हों पैरों थले मसल दो। तो इस तरह के बंदे का कोई मित्र भी नहीं होता, क्योंकि मित्रता लई बराबरी चाहिए है, बराबरी के जज्बे चाहिए ने। अहंकारी किसी नूं भी बराबरी दे के राजी नहीं। तो साहिब इत्थे गुरु अर्जन देव जी महाराज फरमान करते हैं, हौमे की यह पहचान है कि हर कर्म के उत्ते हौमे की छाप होगी, हौमे प्रगट होगी। उस मनुख के हर कर्म दे उसका अहंग भाव प्रगट होगा। हौमे एहा जात है, हौमे कर्म कमाए, हौमे एही बंधना फिर जोनी पाए। मनुख नूं होर कोई बंधन नहीं, इसी हौमे का बंधन है। मनुख के पैरों च होर कोई जेवड़ी नहीं है, इसी हौमे की जेवड़ी है। हौमे के संगल बार बार इसनूं इस धरती ते, पृथ्वी ते खिंच के लियाउंदे ने। पिछले जन्म की हौमे ते हुण दा अहंकार सम्मिलित होके हौमे वधदी है। इस वास्ते दिन प्रति दिन मनुखी तल दे उत्ते हौमे वध रही है, अहंकार वध रहा है दिन प्रति दिन, क्योंकि जन्म दर जन्म दे नाल हौमे संग्रह होंदी जा रही है और नवी हौमे जन्म ले रही है। इस तरीके दे नाल हौमे दे पहाड़ उच्चे होंदे जा रहे हैं। और जैसे जैसे अहंकार उच्चा होया, वैसे वैसे निरंकार छोटा होया। तो साहिब कहते हैं ये अहंकार ही बंधन है, आण जाण दा कारण ये अहंकार है। हौमे यही बंधना फिर जोनी पाए। ये बहुत सारिया जूनिया दे बंधन अहंकार वसो के हैं, अहंकार करके ने। हौमे कित्थों उपजे कित संजम ए जाए। इत्थे एक प्रश्न है कि हौमे कित्थों पैदा होंदी है, किवें पैदा होंदी है, ते किहड़ी साधना दे नाल ये हौमे जावेगी, अहंकार का नाश होवेगा। आया ऐसी केड़ी साधना है जो की जाए। साहिब इसका इस ढंग नाल जवाब देंदे ने कि हौमे एहो हुक्म है
ਪਈਏ ਕਿਰਤ ਫਿਰਾਏ। ਹਉਮੈ ਤੇ ਇੱਕ ਹੁਕਮ ਹੈ, ਭਾਵ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ, ਇੱਕ ਖੁੱਲ ਹੈ ਕਿ ਤੂੰ ਬੰਦੇ ਜਾਂ ਮੇਰੇ ਵਿੱਚ ਜੀ ਸਕਦਾ ਹੈ ਜਾਂ ਆਪਣੇ ਵਿੱਚ ਜੀ ਸਕਦਾ ਹੈ। ਤੂੰ ਮੈਨੂੰ ਵੱਡਾ ਮੰਨ ਸਕਦਾ ਹੈ ਜਾਂ ਆਪਣੇ ਆਪ ਨੂੰ ਵੱਡਾ ਮੰਨ ਸਕਦਾ ਹੈ। ਤੂੰ ਆਪਣੇ ਆਪ ਨੂੰ ਛੋਟਾ ਮੰਨ ਸਕਦਾ ਹੈ ਜਾਂ ਮੈਨੂੰ ਛੋਟਾ ਮੰਨ ਸਕਦਾ ਹੈ। ਇਹ ਖੁੱਲ, ਇਸ ਖੁੱਲ ਦਾ ਮਨੁੱਖ ਨੇ ਬਹੁਤ ਗਲਤ ਇਸਤੇਮਾਲ ਕੀਤਾ ਹੈ ਤੇ ਇੱਕ ਹੁਕਮ ਹੈ ਤੇ ਇੱਕ ਮਰਿਆਦਾ ਕਿ ਪ੍ਰਭੂ ਨੇ ਖੁੱਲ ਦੇ ਦਿੱਤੀ ਤੇ ਇਸ ਖੁੱਲ ਦਾ ਸਦਕਾ ਮਨੁੱਖ ਨੇ ਕਹਿ ਦਿੱਤਾ ਪ੍ਰਮਾਤਮਾ ਤੂੰ ਛੋਟਾ ਮੈਂ ਵੱਡਾ, ਔਰ ਅਹੰਕਾਰ ਇਤਨਾ ਵੱਡਾ ਹੋ ਗਿਆ, ਕਹਿ ਦਿੱਤਾ ਪ੍ਰਮਾਤਮਾ ਤੂੰ ਹੈ ਹੀ ਨਹੀਂ ਮੈਂ ਹੀ ਹਾਂ। ਇਸ ਵਾਸਤੇ ਐਲਾਨੀਆਂ ਤੌਰ ਤੇ ਅੱਜ ਅੱਧੀ ਪ੍ਰਿਥਵੀ ਨਾਸਤਿਕ ਹੈ, ਜਿਨ੍ਹਾਂ ਦੀ ਪ੍ਰਮਾਤਮਾ 'ਚ ਕੋਈ ਸ਼ਰਧਾ ਨਹੀਂ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕੀਤਾ ਹੈ। ਮਹਿਜ਼ ਇਸ ਲਈ ਕਿ ਅਹੰਕਾਰ ਸਿਖਰ ਤੇ ਪਹੁੰਚ ਗਿਆ, ਹਉਮੈ ਸਿਖਰ ਤੇ ਪਹੁੰਚ ਗਈ ਹੈ। ਸਾਹਿਬ ਕਹਿੰਦੇ ਨੇ ਹੈ ਤੇ ਇੱਕ ਹੁਕਮ, ਮਰਿਆਦਾ, ਦਿੱਤੀ ਹੋਈ ਖੁੱਲ, ਉਸ ਦਿੱਤੀ ਹੋਈ ਖੁੱਲ ਕਰਕੇ ਮਨੁੱਖ ਜ਼ਿਆਦਾ ਅਹੰਕਾਰੀ ਹੋ ਗਿਆ ਹੈ। ਮਹਾਰਾਜ ਕਹਿੰਦੇ ਨੇ ਇਸ ਵਾਸਤੇ ਕਿ ਹਉਮੈ ਦਾ ਵਜਿਆ ਹੋਇਆ ਹੀ ਮੁੜ ਮੁੜ ਕੇ ਜੰਮਦਾ ਹੈ ਤੇ ਮਰਦਾ ਹੈ। ਪਈਏ ਕਿਰਤ ਫਿਰਾਏ, ਫਿਰ ਕਿਰਤ ਦੇ ਚੱਕਰ 'ਚ ਪੈਂਦਾ ਹੈ, ਫਿਰ ਜਨਮ ਮਰਨ ਦੇ ਚੱਕਰ ਦੇ 'ਚ ਪੈਂਦਾ ਹੈ ਤੇ ਹਰ ਕਿਰਤ ਦੇ 'ਚ ਹਉਮੈ ਬਰਕਰਾਰ ਰਹਿੰਦੀ ਹੈ ਤੇ ਹਉਮੈ ਦੇ ਬਰਕਰਾਰ ਰਹਿਣ ਕਰਕੇ ਇਹ ਖੁਦ ਬਰਕਰਾਰ ਰਹਿੰਦਾ ਭਾਵ ਫਿਰ ਜਨਮ ਫਿਰ ਜਨਮ ਫਿਰ ਜਨਮ। ਜਿਤਨੇ ਚਿਰ ਤੱਕ ਮੈਂ ਨਹੀਂ ਮਿਟਿਆ ਉਤਨੇ ਚਿਰ ਤੱਕ ਜਨਮ ਨਹੀਂ ਮਿਟੇਗਾ, ਕਿਉਂਕਿ ਮੈਂ ਮੇਰੀ ਹੋਂਦ तो ईश्वर भी बेइंसाफी नहीं करता। ठीक है तेरी होंद रहेगी, तू रहेगा। तो जिस दिन मनुख कहता नहीं मेरी कोई होंद नहीं मैं नहीं, उस दिन ही रोम रोम दे प्रभु बोलन लग पैंदा है, उस दिन ही रोम रोम दे प्रभु प्रगट होंदा है और उस दिन ही जीवन धन होंदा है, उस दिन ही जीवन सफल होंदा है। हौमे दीर्घ रोग है दारू भी इसमा है, लंबा रोग उन्होंने दीर्घ रोग कहते हैं। कुछ रोग ऐसे होंगे ने 2-4 साल रहिंदे ने चले जाते ने, पर 2-4 साल के रोग नूं भी लंबा रोग आख्या है। कुछ रोग ऐसे अद्धी जिंदगी रहिंदे ने, अद्धा जीवन दुखित करते ने, नाल रहिंदे ने, उन्हों भी दीर्घ रोग आखते ने भी लंबी बीमारी है, बहुत लंबी बीमारी है। पर शरीरक तल ते जितनियां बीमारियां प्रगट होंदियां ने वो इतनियां लंबियां नहीं ने जितनी कि हौमे है, क्योंकि कई जन्मां तो नाल चली आ रही है, अनंत जन्मां तो नाल चली आ रही है। बहुत लंबी बीमारी है, बहुत लंबा रोग है। इहदा इलाज साहब कहते दारू भी इसमा है, तो इसका दारू भी है, इहदे च दारू भी है। भाव जे हौमे रोग है तो हौमे दारू भी है। जैसे संखिया जहर है, संखिया अमृत है। कच्चा संखिया खा लइए जहर है, खांदे ही बंदा मर जाएगा, पर संखिया नूं मार के कुश्ता बना लइए अमृत हो गया, ताकत दे देगा, तवानाई देगा। तो संखिया जहर है, संखिया अमृत है, हौमे जहर है, हौमे अमृत भी बन जाती है। इस जहर नूं मार के ਇਹਦੇ ਚੋਂ ਕੋਈ ਤੂੰ ਨੂੰ ਪ੍ਰਗਟ ਕਰ ਲਵੇ, ਇਸ ਮੈਂ ਨੂੰ ਮਾਰ ਕੇ ਕੋਈ ਪ੍ਰਭੂ ਨੂੰ ਸਮਰਪਿਤ ਕਰ ਦੇਵੇ ਤੇ ਸਾਰਾ ਅਹੰਗ ਭਾਵ ਈਸ਼ਵਰੀ ਤਾਮੀਰ ਦੇ ਵਿੱਚ, ਈਸ਼ਵਰੀ ਉਸਾਰੀ ਦੇ ਵਿੱਚ ਖਰਚ ਹੋਵੇ ਕਿ ਮੈਂ ਧਾਰਮਿਕ ਹੋਣਾ ਹੈ, ਮੈਂ ਧਾਰਮਿਕ ਮੰਦਿਰ ਬਣਾਉਣਾ ਹੈ, ਮੈਂ ਧਾਰਮਿਕ ਗਿਆਨੀ ਬਣਨਾ ਹੈ, ਮੈਂ ਆਪਣੇ ਅੰਦਰੋਂ ਕਲਾ ਨੂੰ ਜਨਮ ਦੇਣਾ ਹੈ, ਮੈਂ ਆਪਣੇ ਅੰਦਰੋਂ ਈਸ਼ਵਰ ਨੂੰ ਜਨਮ ਦੇਣਾ ਹੈ। ਹੁਣ ਅਹੰਕਾਰ ਅਗਰ ਇਸ ਪਾਸੇ ਰਾਗਬ ਹੋ ਗਿਆ तो सहजे सहजे ईश्वर निरंकार प्रगट हो जाएगा, हौमे मर जाएगी। तो ये हौमे जिथे रोग है उत्थे दारू भी है। दारू उदों बनती है जब हौमे चंगे पासे लग जाए। मैं एक धार्मिक मंदिर बनाना है तो अहंकार, लेकिन धार्मिक मंदिर दे बनाउण दे नाल धार्मिक भावनावां भी अंदर उजागर होणगियां। मैं धार्मिक होना है, हुण अगर ये मैं भाव दे आसरे ते इन्हें धार्मिक बनने की कोशिश की थी तो धर्म की शिखरता यह है कि मैं मिट जाएगा, ईश्वरी प्रगट होगा। तो हौं में दारू हो गई, जहर सी अमृत हो गई। ऐसा देखते हैं जो जहर हला हल है
वही अमृत है नादा, मालूम नहीं तुझको अंदाज है पीने के। ये तो हकीकत है, बहुत वड्डी सजाई है। जो जहर हला हल है, जो महाजहर है, वही अमृत है नादा, मालूम नहीं तुझको अंदाज है पीने के। जो संखिया जहर है, ए बंदे तेनू खाण दी जाच नहीं आई, ਉਹਨੂੰ ਕੁਸ਼ਤਾ ਬਣਾ ਲੇ, ਉਹ ਅੰਮ੍ਰਿਤ ਹੈ। ਮਨੁੱਖ ਜ਼ਹਿਰ ਨੂੰ ਅੰਮ੍ਰਿਤ ਬਣਾ ਸਕਦਾ ਹੈ, ਅੰਮ੍ਰਿਤ ਨੂੰ ਜ਼ਹਿਰ ਬਣਾ ਸਕਦਾ ਹੈ। ਅੰਗੂਰਾਂ ਦਾ ਰਸ ਅੰਮ੍ਰਿਤ ਹੈ, ਇਹਨੂੰ ਸ਼ਰਾਬ ਬਣਾ ਕੇ ਮਨੁੱਖ ਜ਼ਹਿਰ ਬਣਾ ਸਕਦਾ ਹੈ, ਕੌੜਾ ਬਣਾ ਸਕਦਾ ਹੈ। ਮਿੱਠੇ ਨੂੰ ਕੌੜਾ ਕੀਤਾ, ਜ਼ਹਿਰ ਬਣ ਗਈ। ਅੰਗੂਰ ਦਾ ਰਸ ਕੋਈ ਜ਼ਹਿਰ ਬਣਾ ਛੱਡਦਾ ਹੈ, ਕੋਈ ਸੰਖੀ ਦੀ ਕੁੜੱਤਣ ਖਤਮ ਕਰਕੇ ਉਹਨੂੰ ਅੰਮ੍ਰਿਤ ਬਣਾ ਦਿੰਦਾ ਹੈ। ਜੀਵਨ ਜ਼ਹਿਰ ਵੀ ਹੈ, जीवन अमृत भी है। जो जहर हला हल है, वही अमृत है नादा, मालूम नहीं तुझको अंदाज है पीने के। तो हों में नरक दा द्वार है, हों में स्वर्ग दा द्वार बन जाती है। हों में दीर्घ रोग है, दारू भी समाए। जे एक लंबी बीमारी है, दीर्घ रोग है, तो ये दारू भी है, ये औषधि भी है। अगर ये हों में इस तामीरी काम दे लग जाए कि मैं धार्मिक मंदिर बनाना है, मैं धार्मिक होना है, मैं धार्मिक ज्ञानी होना है, अहंकार भाव होके अगर ऐसी मनुख कोशिश करे तो एक दिन की होता है, अहंकार ते नहीं रह जाता, निरंकार प्रगट हो जाता है, धर्म ही धर्म रह जाता है। मनुख की हों में मिट जाती है। साहिब कहते हैं यही हों में दारू बन गई। हों में दीर्घ रोग है, दारू भी इसमाए। किरपा करे जे आपनी ता गुर का शब्द कमाए। जे किसी दे उत्ते प्रभु की किरपा हो जाए कि वो गुरु की शब्द की कमाई करे, जाप करे, तो उस लिए ये हों में दारू बन जाती है, जहर नहीं रहती। नानक कहे सुनो जनो इत संजम दुख जाए। सतगुरु देव जी महाराज फरमान करते हैं, हे जगत दे लोकी सुनो, गुरु दे शब्द की कमाई दे नाल, उहदे जाप नाल इसे ही संजम नूं धारण करदे आए हों में चली जाती है। हों में दे जांदियां दुख, जन्म मरण, विपता पीड़ा सारी चली जाती है। होमे दे जांदियां नरक चला जाता है। होमे दे जो है रुखसत होंदियां तमाम बुराइयां रुखसत हो जांदियां ने, क्योंकि बुराइयां दा मूल ये अहंग भाव सी। इन्हां दो श्लोकां दे नाल जो पौड़ी है वो ये है, सेव कीती संतोखई जिनी सच्चो सच ध्याया। महाराज कहते होर किसी ने भी सेवा नहीं की, वास्तविक संतोखी ने सेवा की है। क्योंकि संतोखी की सेवा विच कोई मंग नहीं, कोई कामना नहीं। तृष्णालु अगर सेवा भी करता है तो मंग है, तो मंग अगर सेवा नाल जुड़ गई तो सेवा व्यापार हो जाती है, सेवा सेवा नहीं। सेवा धंधा हो जाती है, सेवा धर्म नहीं। तो इस वास्ते साहिब कहते वास्तविक संतोखियां ने ही सेवा की है, जिन्हों ने ऐन मन ते तन नाल सच की आराधना की। सेव कीती संतोखई जिनी सच्चो सच ध्याया। सच दे ध्यान वही जोड़ सकता है जो संतोखी है। सच नूं बार बार याद भी वही कर सकता है जो संतोखी है। इंज कह लो, संतोख मूल है सिमरन दा, दया मूल है सेवा दा। दया नहीं तो सेवा किथे, और संतोख नहीं तो फिर सच दा ध्यान किथे, सच नाल जुड़ना किथे। संतोखी जो हर हालत दे संतुष्ट है, ਉਹਦੇ अंदर सिमरन वधदा ही जाएगा, वधदा ही जाएगा, ਉਹਦਾ ध्यान वधदा ही जाएगा प्रभु दे च। महाराज कहते हैं इस तरह के ਜਿਹੜੇ ध्यानी ने, इस तरह के ਜਿਹੜੇ संतोखी ने, उन्हीं मंदे पैर न रखियो कर सुकृत धर्म कमाया। वो भुल के भी माड़े पासे अपना पैर नहीं रखते और वो सुकृत करते हैं। ते सुकृत की है धर्म, ते धर्म की है प्रभु दे च नाम जोड़ना, सुरत जोड़नी, प्रभु दे चरण कमलों दे ध्यान जोड़ना और संतोखी होना। बस यही धर्म है। साहिब कहते हैं वो माड़े पासे पैर नहीं रखते, शुभ कर्म करदे होया धर्म कमाउंदे ने। उन्हीं दुनिया तोड़े बंधना अन पानी थोड़ा खाए। मनुख दा शरीरक बंधन सब तो ज्यादा यही है, बहुता खाना बहुता सोना। क्योंकि बहुता खाना रोगां नूं जन्म देंदा है, लिहाजा बहुता खाना बंधन बन जाता है। बहुता खाना सुस्ती नूं जन्म देंदा है,
ਆਲਸ ਨੂੰ ਜਨਮ ਦਿੰਦਾ ਹੈ। ਆਲਸੀ, ਸੁਸਤ, ਰੋਗੀ ਬੰਦੇ ਦਾ ਪ੍ਰਭੂ ਚਿੰਤਨ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਜਿਹੜੇ ਸੰਤੋਖੀ ਪੁਰਸ਼ ਨੇ, ਇਹ ਦੁਨੀਆ ਦਾ ਸਿਰਮੌਰ ਜਿਹੜਾ ਬੰਧਨ ਹੈ ਇਹਨੂੰ ਤੋੜ ਕੇ ਰੱਖ ਦਿੰਦੇ ਨੇ। ਤੇ ਸਿਰਮੌਰ ਬੰਧਨ ਕੀ ਹੈ? ਬਹੁਤ ਖਾਣਾ, ਬਹੁਤ ਸੋਣਾ। ਉਹਨੇ ਦੁਨੀਆ ਤੋੜੇ ਬੰਧਨਾ, ਅਨ ਪਾਣੀ ਥੋੜਾ ਖਾਇਆ। ਉਹ ਥੋੜਾ ਖਾਂਦੇ ਨੇ, ਜਿਤਨੀ ਭੁੱਖ ਹੈ ਉਤਨਾ ਹੀ ਖਾਂਦੇ ਨੇ। ਤੇ ਅੱਜ ਤੇ ਵੈਦ ਲੋਕ ਵੀ ਦੱਸਦੇ ਨੇ ਕਿ ਭੁੱਖ ਤੋਂ 5 ਬੁਰਕੀਆਂ ਘੱਟ ਖਾਦੀਆਂ ਗਈਆਂ ਤੰਦਰੁਸਤੀ ਨੂੰ ਜਨਮ ਦਿੰਦੀਆਂ ਨੇ, ਸਵਾਸਥ ਨੂੰ ਜਨਮ ਦਿੰਦੀਆਂ ਨੇ। ਭੁੱਖ ਤੋਂ ਵੱਧ 5 ਬੁਰਕੀਆਂ ਖਾਦੀਆਂ ਹੋਈਆਂ ਰੋਗਾਂ ਨੂੰ ਜਨਮ ਦਿੰਦੀਆਂ ਨੇ, ਤਰ੍ਹਾਂ ਤਰ੍ਹਾਂ ਦੀ ਪੀੜਾ ਤੇ ਕਲੇਸ਼ ਨੂੰ ਜਨਮ ਦਿੰਦੀਆਂ ਨੇ। ਇਸ ਵਾਸਤੇ ਸਾਹਿਬ ਕਹਿੰਦੇ ਨੇ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਬੰਧਨ ਹੈ ਉਸ ਨੂੰ ਭਗਤ ਤੋੜ ਦਿੰਦੇ ਨੇ। ਤੇ ਕਿਹੜੇ ਭਗਤ? ਜੋ ਸੰਤੋਖੀ ਨੇ। ਉਹਨੇ ਦੁਨੀਆ ਤੋੜੇ ਬੰਧਨਾ, ਅਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸੀ ਅਗਲਾ, ਨਿਤ ਦੇਵੇ ਚੜੇ ਸਵਾਇਆ। ਤੂੰ ਤੇ ਬੜੀ ਬਖਸ਼ਿਸ਼ ਕਰਦਾ ਹੈ, ਬਹੁਤ ਕੁਝ ਉਹਨਾਂ ਨੂੰ ਦੇਣਾ, ਪਰ ਉਹ ਇਤਨੇ ਸੰਤੋਖੀ ਨੇ, ਉਤਨਾ ਹੀ ਖਾਂਦੇ ਨੇ ਜਿੰਨੀ ਕਿ ਭੁੱਖ ਹੈ, ਉਤਨਾ ਹੀ ਹੰਡਾਉਂਦੇ ਨੇ ਜਿਤਨੀ ਕਿ ਲੋੜ ਹੈ। ਉਹ ਸੰਤੋਖ ਦੇ ਚ ਰਹਿੰਦੇ ਨੇ। ਉਂਝ ਤੇਰੀ ਬਖਸ਼ਿਸ਼ ਬਹੁਤ ਜ਼ਿਆਦਾ ਹੈ, ਤੂੰ ਤੇ ਪਹਾੜ ਵਰਗੇ ਢੇਰ ਲਾ ਦੇਣਾ ਹੈ, ਪਰ ਉਹ ਤਿਨਕਾ ਮਾਤਰ ਹੀ ਗ੍ਰਹਿਣ ਕਰਦੇ ਨੇ। ਤੂੰ ਤੇ ਦਰਿਆ ਵਗਾ ਦੇਣਾ ਹੈ, ਪਰ ਉਹ ਚੰਦ ਬੂੰਦਾਂ ਹੀ ਗ੍ਰਹਿਣ ਕਰਦੇ ਨੇ। ਤੂੰ ਤੇ ਪਦਾਰਥਾਂ ਦੇ ਭਾਰ ਲਾ ਦੇਣਾ ਹੈ, ਪਰ ਉਹ ਭੁੱਖ ਮਾਤਰ ਹੀ ਸੇਵਨ ਕਰਦੇ ਨੇ। ਇਸ ਵਾਸਤੇ ਸਾਹਿਬ ਕਹਿੰਦੇ ਨੇ ਤੂੰ ਬਖਸ਼ੀਸੀ ਅਗਲਾ, ਨਿਤ ਦੇਵੇ ਚੜੇ ਸਵਾਇਆ। ਤੂੰ ਦਿਨ ਪ੍ਰਤੀ ਦਿਨ ਵੱਧ ਚੜ ਕੇ ਦੇਣਾ ਹੈ, ਝੋਲੀਆਂ ਭਰਦਾ ਹੈ, ਪਰ ਜਿਹੜੇ ਸੰਤੋਖੀ ਨੇ, ਜੋ ਮਾੜੇ ਪਾਸੇ ਪੈਰ ਨਹੀਂ ਰੱਖਦੇ, ਉਹ ਵੱਧ ਖਾਣ ਤੇ ਵੱਧ ਪੀਣ ਦੇ ਬੰਧਨਾਂ ਨੂੰ ਤੋੜ ਕੇ ਥੋੜਾ ਹੀ ਖਾਂਦੇ ਨੇ, ਔਰ ਇਸ ਤਰੀਕੇ ਨਾਲ ਸੰਤੁਸ਼ਟ ਰਹਿੰਦੇ ਨੇ। ਵਡਿਆਈ ਵੱਡਾ ਪਾਇਆ। ਵਡਿਆਈਆਂ ਕਰਦਿਆਂ ਕਰਦਿਆਂ ਵੱਡੇ ਨੂੰ ਪ੍ਰਾਪਤ ਹੋ ਜਾਂਦੇ ਨੇ। ਕਹਿੰਦੇ ਨੇ ਕਿਸੇ ਦੀ ਵੀ ਵਡਿਆਈ ਕਰੀਏ ਤੇ ਵੱਡਪਣਾ ਪ੍ਰਾਪਤ ਨਹੀਂ ਹੁੰਦਾ। ਕਿਸੇ ਧਨਵਾਨ ਨੂੰ ਬਾਰ-ਬਾਰ ਇਹ ਆਖੀ ਜਾਈਏ ਤੂੰ ਬਹੁਤ ਵੱਡਾ ਧਨਵਾਨ ਹੈ, ਤੂੰ ਬਹੁਤ ਵੱਡਾ ਧਨਵਾਨ ਹੈ, ਤਾਂ ਇਸ ਤਰ੍ਹਾਂ ਦੇ ਆਖਣ ਦੇ ਨਾਲ ਕੋਈ ਧਨਵਾਨ ਨਹੀਂ ਹੋ ਜਾਂਦਾ। ਕਿਸੇ ਕਲਾਕਾਰ ਨੂੰ ਆਖੀਏ ਤੂੰ ਚੋਟੀ ਦਾ ਸੰਗੀਤਕਾਰ ਹੈ, ਤੂੰ ਚੋਟੀ ਦਾ ਵਜੰਤਰੀ ਹੈ, ਔਰ ਬਾਰ-ਬਾਰ ਆਖੀਏ ਤਾਂ ਆਖਣ ਦੇ ਨਾਲ ਕੋਈ ਵਜੰਤਰੀ ਨਹੀਂ ਹੋ ਜਾਂਦਾ, ਕੋਈ ਸੰਗੀਤਕਾਰ ਨਹੀਂ ਹੋ ਜਾਂਦਾ। ਬਾਰ-ਬਾਰ ਆਖੀਏ ਤੂੰ ਮਹਾਕਵੀ ਹੈ, ਤੂੰ ਸਿਰਮੌਰ ਕਵੀ ਹੈ, ਇਸ ਤਰ੍ਹਾਂ ਆਖਣ ਦੇ ਨਾਲ ਕੋਈ ਮਹਾਨ ਕਵੀ ਨਹੀਂ ਹੋ ਜਾਂਦਾ। ਔਰ ਬਾਰ-ਬਾਰ ਆਖੀ ਤੂੰ ਬਹੁਤ ਵੱਡਾ ਹੁਕਮਰਾਨ ਹੈ, ਤੂੰ ਤੇ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ, ਤੂੰ ਤੇ ਤਖਤ ਦੇ ਉੱਤੇ ਬੈਠਾ ਸੁਭਾਏਮਾਨ ਲੱਗਦਾ ਹੈ। ਇਸ ਤਰ੍ਹਾਂ ਕਿਸੇ ਹੁਕਮਰਾਨ ਦੀ ਮਹਿਮਾ ਕਰੀਏ ਤੇ ਮਹਿਮਾ ਕਰਨ ਦੇ ਨਾਲ ਕੋਈ ਹੁਕਮਰਾਨ ਨਹੀਂ ਹੋ ਜਾਂਦਾ, ਪਰ ਭਗਵਾਨ ਦੀ ਮਹਿਮਾ ਕਰਨ ਵਾਲਾ ਭਗਵਾਨ ਹੀ ਹੋ ਜਾਂਦਾ ਹੈ। ਪਰਮਾਤਮਾ ਦੀ ਮਹਿਮਾ ਗਾਇਨ ਕਰਨ ਵਾਲਾ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ। ਇਸ ਵਾਸਤੇ ਕਹਿੰਦੇ ਨੇ ਬੰਦਿਆਂ ਨੂੰ ਵੱਡਾ ਵੱਡਾ ਆਖਣਾ ਖੁਸ਼ਾਮਦ ਹੈ, ਰੱਬ ਨੂੰ ਵੱਡਾ ਵੱਡਾ ਆਖਣਾ ਆਪਣੇ ਆਪ ਨੂੰ ਵੱਡਾ ਕਰਨਾ ਹੈ, ਖੁਸ਼ਾਮਦ ਨਹੀਂ। ਜਿਸਨੇ ਵੀ ਪਰਮਾਤਮਾ ਨੂੰ ਵੱਡਾ ਕਰਕੇ ਆਖਿਆ ਉਹ ਜਗਤ ਦੇ ਛੋਟਾ ਰਹਿ ਹੀ ਨਹੀਂ ਜਾਂਦਾ। ਜਗਤ ਦੇ ਚ ਉਹੀ ਛੋਟੇ ਰਹਿ ਜਾਂਦੇ ਨੇ ਜੋ ਛੋਟਿਆਂ ਨੂੰ ਕਿਸੇ ਹੱਦ ਤੱਕ ਵੱਡਾ ਵੱਡਾ ਆਖੀ ਜਾਂਦੇ ਨੇ। ਤੂੰ ਬਹੁਤ ਵੱਡਾ ਧਨਵਾਨ ਹੈ, ਤੂੰ ਬਹੁਤ ਵੱਡਾ ਗੁਣਵਾਨ ਹੈ, ਤੂੰ ਬਹੁਤ ਵੱਡਾ ਹੁਕਮਰਾਨ ਹੈ। ਦਰਅਸਲ ਉਹ ਇਤਨੇ ਵੱਡੇ ਨਹੀਂ ਜਿਤਨਾ ਇਹ ਆਖੀ ਜਾਂਦਾ ਹੈ। ਛੋਟਿਆਂ ਨੂੰ ਜੋ ਵੱਡਾ ਵੱਡਾ ਕਰਕੇ ਆਖਦਾ ਪਿਆ ਖੁਦ ਛੋਟਾ ਰਹਿ ਜਾਂਦਾ ਹੈ, ਪਰ ਜੋ ਵੱਡੇ ਨੂੰ ਵੱਡਾ ਵੱਡਾ ਕਰਕੇ ਆਖਦਾ ਹੈ ਸਵੈਮ ਵੱਡਾ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ ਵਡਿਆਈ ਵੱਡਾ ਪਾਇਆ। ਉਸ ਵੱਡੇ ਦੀਆਂ ਵਡਿਆਈਆਂ ਗਾਇਨ ਕਰਦਿਆਂ ਕਰਦਿਆਂ ਵੱਡੇ ਦੀ ਪ੍ਰਾਪਤ ਹੋ ਗਈ, ਵੱਡਪਣੇ ਦੀ ਪ੍ਰਾਪਤੀ ਹੋ ਗਈ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਦਿਆਲੂ ਆਖਿਆ, ਬਾਰ-ਬਾਰ ਆਖਿਆ, ਉਹ ਖੁਦ ਦਿਆਲੂ ਹੋ ਗਏ। ਜਿਨ੍ਹਾਂ ਨੇ ਆਖਿਆ ਤੂੰ ਸਰਬ ਕਲਾਂ ਦਾ ਗਿਆਨੀ ਹੈ, ਉਹ ਖੁਦ ਗਿਆਨੀ ਹੋ ਗਏ। ਜਿਨ੍ਹਾਂ ਨੇ ਉਸ ਨੂੰ ਧਨਵਾਨ ਆਖਿਆ ਸਵੈਮ ਧਨਵਾਨ ਹੋ ਗਏ। ਜਿਨ੍ਹਾਂ ਨੇ ਉਸ ਨੂੰ ਗੁਣਵਾਨ ਆਖਿਆ ਉਹ ਸਵੈਮ ਗੁਣਵਾਨ ਹੋ ਗਏ। ਇਸ ਤਰੀਕੇ ਨਾਲ ਗੱਲ ਸਪਸ਼ਟ ਹੋ ਗਈ ਕਿ ਜਿਨ੍ਹਾਂ ਨੇ ਈਸ਼ਵਰ ਨੂੰ ਵੱਡਾ ਆਖਿਆ ਉਹ ਜਗਤ ਵਿੱਚ ਕਤਈ ਛੋਟੇ ਨਹੀਂ ਰਹਿੰਦੇ, ਤੇ ਜਿਹੜੇ ਛੋਟਿਆਂ ਨੂੰ ਵੱਡਾ ਵੱਡਾ ਕਰਕੇ ਆਖਦੇ ਰਹਿੰਦੇ ਨੇ ਸਵੈਮ ਛੋਟੇ ਕਰਕੇ ਰਹਿ ਜਾਂਦੇ ਨੇ। ਉਸ ਵੱਡੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਈ? ਇਸ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਵਡਿਆਈ ਵੱਡਾ ਪਾਇਆ। ਵਡਿਆਈਆਂ ਨੂੰ ਗਾਇਨ ਕਰ ਕਰਕੇ, ਮਹਿਮਾ ਬਿਆਨ ਕਰ ਕਰਕੇ ਹੀ ਵੱਡਪਣੇ ਦੀ ਪ੍ਰਾਪਤੀ ਹੋ ਗਈ, ਉਸ ਈਸ਼ਵਰ ਦੀ ਪ੍ਰਾਪਤੀ ਹੋ ਗਈ। ਸੁਨ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ। ਸੁਣ ਸੁਣ ਕੇ ਸਾਰੇ ਕਹਿੰਦੇ ਨੇ हे ਪ੍ਰਭੂ ਤੂੰ ਵੱਡਾ ਹੈ, ਤੂੰ ਵੱਡਾ ਹੈ, ਤੂੰ ਮਹਾਨ ਹੈ।
केवड़ वड्डा वो किन्ना क वड्डा है, डीठा होए जे देखिया होवे तां बयान करिए। जगत दे जो उसनूं वड्डा वड्डा करके आखदे पए ने, करीबन करीबन सुन के आखदे पए ने, ते एक दिन वेखण दी शक्ति मिल जाती है। जो रोज सुनते ने वो वड्डा है, वड्डा है, वड्डा है, ते फिर जबान नाल कथन करते ने वो वड्डा है, वड्डा है। कहते ने बोलदियां एक दिन अखां खुल जांदियां ने ते दिखाई दे जांदा है वो वड्डा है। केवड़ वड्डा डीठा होए दिखाई दे जांदा है। साहिब कहते संतन की सुन साची साखी, सो बोले जो पेखें आखी। संत दी महिमा सुनो कि संत ने वड्डा आख्या है तो वेख के वड्डा आख्या है। आम जगत जद परमात्मा नूं वड्डा वड्डा आखदा है तो सुन के आखदा है, सोच के आखदा है, पढ़ के आखदा है। जरिया उसदे कोल इतना ही है, होर कुछ नहीं है। दुनिया पढ़ पढ़ के आखी जाती है परमात्मा वड्डा है, परमात्मा वड्डा है। सुन सुन के आखी जाती है वड्डा है, वड्डा है। या जिन्हां दी बुद्धि अति तीक्ष्ण है वो सोच के कही जाते हैं वड्डा है, वड्डा है। संत भी कहते ने वड्डा है, वड्डा है, पढ़ के नहीं, सुन के नहीं, सोच के नहीं, वेख के कह रहे हैं। उन्होंने दिखाई दे रहे हैं। जिन्होंने दिखाई दे रहे है तो उन्होंने जिहड़ा आख्या है उन्हां बोलां दे जान है, जिंद है। वो बोल कदी पुराने नहीं आउंदे, वो बोल कदी फिक्के नहीं पैंदे, क्योंकि उन्हां बोलां दे जिंद है, जान है। वो मुर्दियां दे भी वो बोल जिंद फूक देंदे ने, जान फूक देंदे ने। जिन्हां बोलां दे जिंद नहीं, जान नहीं, वो ते कई दफा जीवदियां नूं भी कुछ देण दे असमर्थ होंदे ने। किहड़े बोलां दे जान नहीं, जो सिर्फ सोच के ही आखे गए ने, जो सिर्फ सुन के ही आखे गए ने, जो सिर्फ पढ़ के ही आखे गए ने। और जगत ते करीबन करीबन इसे ही सहारे नाल चलदा है। सुन वड्डा आखे सब को। सुन सुन के जिहड़ा ये वड्डा आख्या जा रहा है, ऐ मनुख हुण इस तो अगे वध, उन्होंने वेख भी सही। ते वेखण दा जरिया की है? आख आखण दे ध्यान जोड़ ते एक दिन अख खुल जाएगी तेरी। जितना तू उच्ची ते जितना ज्यादा तू आखेगा वो वड्डा है, वो वड्डा है, वाहेगुरु वाहेगुरु ऐसा आखना भी उसनों वड्डा है, वड्डा है, वाहेगुरु। भाई अंधकार नूं दूर करके तू चानना देण वाला है, चानना देण वाला है। ये भी उसकी महिमा है, ये भी उसनूं वड्डा वड्डा करके आखना है। तो एक धुन हो के वाहेगुरु 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 ऐसा जो कही जाता है, कही जाता है, एक दिन अपने ही बोलों के नाल अपनी अख खुल जाती है। अखां पूर्ण तौर पर खुल जांदियां ने और फिर चारों पासे ब्रह्म ही ब्रह्म दिखाई देता है। साहिब गुरु अर्जन देव जी महाराज फरमान करते हैं, मैं पेखे होरी ऊंचा मोहन सबते ऊंचा। मैं बहुत उच्चा मोहन वेख्या। सुन वड्डा आखे सब कोए। मैं सुन के निरा उच्चा नहीं कह रहा, मैं सुन के सिर्फ वड्डा वड्डा करके नहीं कह रहा, मैं वेख्या। मैं पेखे होरी ऊंचा मोहन सबते ऊंचा। कायनात दे जो सब तो उच्चा है ते महान है, मैं उन्होंने वेख्या। किवें वेख लिया है? अवस्था साधना ते पहले यही है कि सुनना, ते सुनदियां सुनदियां उस शिखर तक पहुंचना है कि कहण दी जाच आ जाए, उन्होंने आखण दी जाच आ जाए, तू वड्डा है, तू समर्थ है। ते इतनी एकाग्रता दे नाल, इतनी टिक के वड्डा वड्डा आखण दी धुन दे च मनुख लीन हो जाए कि एक दिन वेखण दी जाच आ जाए और मनुख कह उठे, मैं पेखे होरी ऊंचा मोहन सबते ऊंचा। तो साहिब कहन वड्याई वड्डा पाया। वड्याइयां नूं बयान कर करके, वड्याइयां नूं कथन कर करके उस वड्डे नूं प्राप्त कर लिया और उसनूं वड्डा वड्डा आख के जैसे असी छोटे होंदे गए प्रभु वड्डा होंदा गया, जैसे जैसे असी मिटदे गए प्रभु प्रगट होंदा गया। एक दिन असी मिट ही गए, प्रभु ही प्रभु रह गया, अकाल पुरख ही रह गया। तो जैसे जैसे मैं वड्डा साडी मैं वड्डी होंदी जाए, परमात्मा छोटा होंदा जा रहा है। और जितनी मैं वड्डी होवेगी बाकी सब कुछ छोटा होवेगा। मां भी छोटी, पिता भी छोटा, भरा भी छोटा, उस्ताद भी छोटा, गुरु भी छोटा, परमात्मा भी छोटा।
ਤੇ ਜੈਸੇ ਜੈਸੇ ਪ੍ਰਮਾਤਮਾ ਨੂੰ ਆਖਣਾ ਸ਼ੁਰੂ ਕਰੀਏ, ਤੂੰ ਵੱਡਾ, ਤੂੰ ਸਭ ਤੋਂ ਵੱਡਾ, ਤੂੰ ਸਭ ਤੋਂ ਵੱਡਾ, ਤਾਂ ਅਸੀਂ ਸਭ ਤੋਂ ਛੋਟੇ ਹੁੰਦੇ ਇੱਕ ਦਿਨ ਮਿਟ ਜਾਂਦੇ ਆ, ਪ੍ਰਭੂ ਹੀ ਰਹਿ ਜਾਂਦਾ ਹੈ, ਅਕਾਲ ਪੁਰਖ ਹੀ ਰਹਿ